Vai, ru, 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 vai, ru. वाहिगुरू गुरु जी दी साजी अते नवाजी गुरु रूप गुरु प्यारी साध संगत जी। वाहिगुरू जी का खालसा वाहिगुरू जी की फतेह। गुरमुख प्यारिओ जो आपां नूं गुरबाणी गुरु विच गुरु साहिबानां ने भगतां ने गुरसिखां ने सतगुरु गुरु नानक पातशाह ने भेज दिता, सानू उपदेश बख्शिश कीता। साडे मन नूं समझाउंदे बई तूं इस लोक दे विच कल्ला आया ते कल्ले नहीं इत्थों तूं वापस जा। जदों तेरे उत्ते मुसीबत पैनी, जदों तेरे ते विपता पैनी, औखी घड़ी आउणी, तेरा किसी ने भी इथों साथ नहीं देना। ਜਿਹੜੇ ਸਾਡੇ संगी साथी जिन्हां नूं असीं कहने भी साडे ने, ਇਹ सब साडे संगी साथी सानूं तज ਜਾਂਦੇ, छड्ड ਜਾਂਦੇ ਜਦੋਂ ਸਾਡੇ ਉੱਤੇ ਵਿਪਤਾ ਪੈਂਦੀ। और उस समय विपता दे विच साडा जिहने साथ देना वो है निरंकार वाहिगुरू। ये विपता साडे उत्ते पैंदी कदों, जदों साडा दिता होया समा खत्म हुंदा, सवासां दा धन जिद्दे साडा मुक गया। उस समय फिर कहिंदे भी हुण औखी घड़ी आ गई, हुण विपता पै गई। उस समय फिर महाराज कहिंदे संग सखा सब तज गए, को न निभे साथ। आहो नानक विपत में टेक एक रघुनाथ।
ਬਈ ਜਿਹੜੇ ਸਾਡੇ ਸੰਗੀ ਸਾਥੀ ਸੀ ਸਭ ਤੱਜ ਗਏ, ਸਭ ਛੱਡ ਗਏ। ਅੱਗੇ ਉਹਨਾਂ ਸਮਾਂ ਹੀ ਜਿੰਨਾ ਸਮਾਂ ਇਹ ਸਰੀਰ ਦੇਹ ਹੈ, ਜਿੰਨਾ ਸਮਾਂ ਸਾਡੇ ਸਵਾਸ ਚੱਲਦੇ ਨੇ, ਜਦੋਂ ਸਵਾਸ ਖਤਮ ਹੋ ਗਈ ਉਦੋਂ ਹੀ ਸਾਰੇ ਸੰਗ ਛੱਡ ਕੇ ਪਾਸੇ ਹਟ ਜਾਂਦੇ ਸੀ। ਫਿਰ ਮਨ ਨੂੰ ਇਹ ਦੇਹ ਦੇ ਵਿੱਚੋਂ ਕੱਢ ਲੈਂਦੇ ਤੇ ਉਧਰੋਂ ਜਾਮਨੇ ਜਿਹੜੇ ਕੁੱਟਣਾ ਸ਼ੁਰੂ ਕਰ ਦਿੰਦੇ। ਫਿਰ ਉਦੋਂ ਕਹਿੰਦੇ ਵੀ ਹੁਣ ਇਹਦੇ 'ਤੇ ਔਖੀ ਘੜੀ ਆ ਗਈ, ਹੁਣ ਇਹਦੇ 'ਤੇ ਮੁਸੀਬਤ ਪੈ ਗਈ, ਵੀ ਹੁਣ ਦੇਖੋ ਇਹਦਾ ਕੌਣ ਸਾਥ ਦਿੰਦਾ। ਜਿਹਨੇ ਸਾਥ ਦੇਣਾ ਸੀ ਮਾਲਕ ਨੇ, ਉਹ ਤੋਂ ਸਾਰੀ ਉਮਰ ਜੀਵ ਬੇਮੁੱਖ ਰਿਹਾ, ਉਹਦੇ ਸਨਮੁਖ ਨਹੀਂ ਹੋਇਆ, ਉਹਦਾ ਭਜਨ ਨਹੀਂ ਕੀਤਾ, ਉਹਦੀ ਬੰਦਗੀ ਨਹੀਂ ਕੀਤੀ। ਜਿਸ ਨਾਮ ਨੇ ਨਾਲ ਜਾਣਾ ਸੀ ਉਹ ਨਾਮ ਦੇ ਨਾਲ ਨਹੀਂ ਜੁੜਿਆ, ਨਾਮ ਦਾ ਭੇਤ ਨਹੀਂ ਲਿਆ। ਫਿਰ ਉਦੋਂ ਕਹਿੰਦੇ ਬਈ ਇਹਦੇ ਉੱਤੇ ਮੁਸੀਬਤ ਪੈ ਗਈ, ਅਤੇ ਉਸ ਸਮੇਂ ਦਾ ਹਾਲ ਫਿਰ ਸਾਨੂੰ ਗੁਰਬਾਣੀ ਗੁਰੂ ਵਿੱਚ ਦੱਸਿਆ ਸਤਿਗੁਰਾਂ ਨੇ। ਇਹ ਦੋ ਰਸਤੇ ਨੇ, ਇੱਕ ਲਿਵ ਦਾ ਅਤੇ ਦੂਸਰਾ ਧਾਤ। ਜਿਹੜੇ ਤਾਂ ਗੁਰਮੁਖ ਲਿਵ ਦੇ ਰਸਤੇ 'ਤੇ ਚੱਲਦੇ, ਉਹਨਾਂ ਦਾ ਗੁਰਮੁਖਾਂ ਦਾ ਮਾਰਗ ਉਹ ਨਾਮ 'ਚ ਸਮਾ ਕੇ ਸਿੱਧਾ ਹੀ ਮਾਲਕ 'ਚ ਲੀਨ ਹੋ ਜਾਂਦੇ। ਜਿਹੜੇ ਫਿਰ ਮਨਮੁਖ ਨੇ, ਜਿਹੜੇ ਧਾਤ ਦੇ ਰਸਤੇ 'ਤੇ ਚੱਲਦੇ ਰਹੇ, ਉਹਨਾਂ ਦਾ ਮਾਰਗ ਫਿਰ ਜਮਾਂ ਵੱਲ, ਉਹਨਾਂ ਨੂੰ ਫਿਰ ਜਮ ਲੈ ਕੇ ਜਾਂਦੇ ਅਤੇ ਅੱਗੇ ਵਾਪਸ ਫਿਰ ਉਹਨਾਂ ਨੂੰ ਜੂਨਾਂ 'ਚ ਭੇਜ ਦਿੰਦੇ। ਹੁਣ ਜਿਨ੍ਹਾਂ ਦੇ ਨਾਲ ਅਸੀਂ ਫਿਰ ਪਿਆਰ ਕਰਦੇ ਹਾਂ, ਜਿਨ੍ਹਾਂ ਦੇ ਨਾਲ ਅਸੀਂ ਮੋਹ ਕਰਦੇ, ਫਿਰ ਸਾਨੂੰ ਇਹ ਮੋਹ ਹੀ ਬੰਧਨਾਂ 'ਚ ਬੱਝੇ ਹੋਏ ਅਸੀਂ ਫਿਰ ਵਾਪਸ ਮੁੜ ਆਉਂਦੇ। ਮਹਾਰਾਜ ਜੀ ਇਸ ਲਈ ਸਾਨੂੰ ਸਮਝਾਉਂਦੇ ਵੀ ਅੰਤ ਕਾਲ ਫਿਰ ਸਾਡਾ ਧਿਆਨ ਜਿੱਧਰ ਨੂੰ ਹੁੰਦਾ, ਧਿਆਨ ਉੱਧਰ ਨੂੰ ਹੀ ਹੋਣਾ ਜਿਹਦੇ ਨਾਲ ਅਸੀਂ ਪਿਆਰ ਪਾਇਆ ਹੋਇਆ, ਜਿਹਦੇ ਨਾਲ ਅਸੀਂ ਮੋਹ ਪਾਏ। ਜਿਵੇਂ ਹੁਣ ਜੀਵ ਪਿਆਰ ਕਰਦਾ ਉਹਦੇ ਬੱਚਿਆਂ ਦੇ ਨਾਲ ਬਹੁਤਾ, ਵੀ ਮੇਰੇ ਬੱਚੇ ਨੇ ਜੀ, ਮੇਰੇ ਧੀਆਂ ਪੁੱਤਰ ਨੇ। ਹੁਣ ਜੇ ਧਿਆਨ ਸਾਡਾ ਅੰਤ ਸਮੇਂ ਇਹਨਾਂ ਦੇ ਵਿੱਚ ਰਹਿ ਗਿਆ ਅਤੇ ਉੱਧਰੋਂ ਵਿਪਤਾ ਪੈ ਜਾਣੀ, ਸਮਾਂ ਖਤਮ ਹੋ ਗਿਆ, ਜਮਾਂ ਨੇ ਕੁੱਟ ਕੇ ਫਿਰ ਵਾਪਸ ਅਗਲੀ ਜੂਨ ਕਿਹੜੀ ਸੂਰ ਦੀ ਜੂਨ 'ਚ ਪਾ ਦਿੰਦੇ। ਬਈ ਉਹਦੇ ਬੱਚੇ ਜ਼ਿਆਦਾ ਨੇ ਅਤੇ ਤੁਹਾਨੂੰ ਬੱਚੇ ਹੀ ਚਾਹੀਦੇ, ਅਤੇ ਖਿਡਾਈ ਚੱਲੋ ਬੱਚੇ। ਮਹਾਰਾਜ ਇਸ ਲਈ ਫਰਮਾਉਂਦੇ, ਅੰਤ ਕਾਲ ਜੇ ਲੜ ਕੇ ਸਿਮਰੇ, ਐਸੀ ਚਿੰਤਾ ਮੇਂ ਜੇ ਮਰੇ, ਸ਼ੁਕਰ ਜੂਨ ਵੱਲ ਵੱਲ ਉਤਰੇ। ਬਈ ਉਹਨੂੰ ਫਿਰ ਵਾਰ ਵਾਰ ਸੂਰ ਦੀ ਜੂਨ ਮਿਲਦੀ, ਵਾਰ ਵਾਰ ਉਹਨੂੰ ਫਿਰ ਆਉਣਾ ਪੈਂਦਾ। ਹੁਣ ਮਹਾਰਾਜ ਫਿਰ ਇਸ ਲਈ ਸਮਝਾਉਂਦੇ ਵੀ ਜਿੰਨੇ ਸਾਨੂੰ ਵਾਪਸ ਜੂਨਾਂ ਦੇ ਵਿੱਚ ਹੀ ਲੈ ਜਾਣਾ, ਆਕਾਰਾਂ ਦੇ ਵਿੱਚ ਹੀ ਲੈ ਜਾਣਾ, ਸਾਨੂੰ ਸਜ਼ਾ ਹੀ ਦਵਾ ਦੇਣੀ, ਸਜ਼ਾ ਹੀ ਸਾਨੂੰ ਮਿਲ ਜਾਣੀ, ਅਤੇ ਅਸੀਂ ਜੀਵਨ ਦੀ ਬਾਜੀ ਨੂੰ ਹਾਰ ਜਾਣਾ। ਫਿਰ ਤਾਂ ਸਾਨੂੰ ਕਹਿੰਦੇ ਵੀ ਇਹਨਾਂ ਬੰਧਨਾਂ ਤੋਂ ਉੱਪਰ ਉੱਠ, ਬਈ ਇਹਨਾਂ ਬੰਧਨਾਂ ਦੇ ਵਿੱਚ ਬੱਝੇ ਹੋਈ ਅਸੀਂ ਵਾਰ ਵਾਰ ਜੂਨਾਂ 'ਚ ਆਉਂਦੇ। ਹੁਣ ਮਹਾਰਾਜ ਕਹਿੰਦੇ ਵੀ ਇਹਨਾਂ ਬੰਧਨਾਂ ਤੋਂ ਆਜ਼ਾਦ ਹੋਣ ਵਾਸਤੇ ਤੁਸੀਂ ਸਿਮਰਨ ਕਰੋ, ਪਰਮਾਤਮਾ ਨੂੰ ਧਿਆਵੋ। ਜਦੋਂ ਅਸੀਂ ਸਤਿਗੁਰ ਨੂੰ ਆਪਣਾ ਆਪ ਸਮਰਪਣ ਕਰ ਦਾਂਗੇ, ਸਤਿਗੁਰੂ ਆਪਣੇ ਸਿੱਖ ਦੇ ਬੰਧਨ ਕੱਟ ਦਿੰਦੇ। ਮਹਾਰਾਜ ਫਰਮਾਉਂਦੇ, ਸਤਿਗੁਰ ਸਿੱਖ ਕੇ ਬੰਧਨ ਕਾਟੇ, ਗੁਰ ਕਾ ਸਿੱਖ ਬੇਕਾਰ ਤੇ ਹਟੇ। ਬਈ ਜਦੋਂ ਅਸੀਂ ਸਤਿਗੁਰ ਨੂੰ ਆਪਣਾ ਆਪ ਸਮਰਪਣ ਕਰ ਦਾਂਗੇ, ਸਤਿਗੁਰੂ ਸਾਡੇ ਬੰਧਨ ਕੱਟ ਦੇਣਗੇ। ਔਰ ਜੇ ਅਸੀਂ ਆਪਣਾ ਆਪ ਸਮਰਪਣ ਨਹੀਂ ਕਰਦੇ, ਆਪਦੀ ਮੱਤ ਵਰਤਦੇ, ਅਤੇ ਸਾਡੀ ਮੱਤ ਹੀ ਸਾਨੂੰ ਭਰਮ 'ਚ ਰੱਖਦੀ, ਉਹੀ ਉਹ ਸਾਡੇ ਲਈ ਦੁੱਖਾਂ ਦਾ ਕਾਰਨ ਬਣੀ ਹੋਈ, ਅਤੇ ਆਪਦੀ ਮੱਤ ਵਰਤਦੇ ਕਰਕੇ ਹੀ ਅਸੀਂ ਵਾਪਸ ਫਿਰ ਜੂਨਾਂ 'ਚ ਮੁੜ ਆਉਂਦੇ ਹਾਂ, ਫਿਰ ਆਕਾਰਾਂ ਦੇ ਵਿੱਚ ਆ ਜਾਂਦੇ।
ਮਹਾਰਾਜ ਇਸ ਲਈ ਫਿਰ ਸਾਨੂੰ ਕਹਿੰਦੇ ਵੀ ਇਹਨੂੰ ਤੁਸੀਂ ਛੱਡ ਕੇ ਆਪਦੀ ਸਿਆਣਪ ਨੂੰ, ਜਿਹਨੇ ਸਾਡਾ ਅੰਤ ਸਮੇਂ ਸਾਥ ਦੇਣਾ, ਵੀ ਤੁਸੀਂ ਉਹਦੇ ਨਾਲ ਜੁੜੋ, ਉਹਦੇ ਨਾਲ ਪਿਆਰ ਪਾਓ। ਬਾਕੀ ਦਾ ਸਭ ਫਿਰ ਇੱਥੇ ਦਾ ਇੱਥੇ ਹੀ ਰਹਿ ਜਾਂਦਾ, ਰੋਜ਼ ਦੀ ਰੋਜ਼ ਦਾ ਖੇਲ। ਹੁਣ ਜਦੋਂ ਆਪਾਂ ਰਾਤ ਨੂੰ ਇਹ ਦੇਹ ਤੋਂ ਵਧੇ ਹੋ ਜਾਂਦੇ, ਆਪਾਂ ਨੂੰ ਸਾਰਾ ਭੁੱਲ ਜਾਂਦਾ ਇੱਧਰ। ਹੁਣ ਜਦੋਂ ਆਪਾਂ ਰਾਤ ਨੂੰ ਸੌਂ ਜਾਵਾਂਗੇ, ਆਪਾਂ ਨੂੰ ਨਹੀਂ ਗਿਆਨ ਰਹਿਣਾ ਬਈ ਸਾਡਾ ਕਿਹੜਾ ਪਰਿਵਾਰ ਹੈ, ਸਾਡੇ ਕੌਣ ਸੰਗੀ ਸਾਥੀ ਨੇ। ਸਭ ਆਪਾਂ ਨੂੰ ਭੁੱਲ ਜਾਂਦਾ, ਸਭ ਖਤਮ ਹੋ ਜਾਂਦਾ। ਅਤੇ ਜਦੋਂ ਸਾਡਾ ਅੰਤ ਸਮਾਂ ਆਏ, ਫਿਰ ਸਾਨੂੰ ਕਿੱਥੇ ਚੇਤਾ ਰਹਿੰਦਾ। ਜਦੋਂ ਇੱਕ ਜੂਨ 'ਚੋਂ ਦੂਸਰੀ ਜੂਨ 'ਚ ਪਾ ਦਿੰਦੇ, ਫਿਰ ਕਿੱਥੇ ਯਾਦ ਰਹਿਣਾ ਪਿਛੋਕੜ ਵੀ ਸਾਡਾ ਕਿਹੜਾ ਪਰਿਵਾਰ ਸੀ, ਕੌਣ ਸਾਡੇ ਸੰਗੀ ਸਾਥੀ ਸੀ। ਜਿਵੇਂ ਹੁਣ ਆਪਾਂ ਨੂੰ ਚੱਲਿਆਂ ਨੂੰ ਸਤਿਯੁਗ ਤੋਂ ਚੱਲੇ ਆ ਚੌਥਾ ਯੁੱਗ, ਚੱਲਦੇ ਚੱਲਦੇ ਗਾਂਹ ਦੀ ਗਾਂਹ ਅਸੀਂ ਆਕਾਰਾਂ ਦੇ ਵਿੱਚ ਤੁਰੇ ਆ ਰਹੇ। ਹੁਣ ਜਦੋਂ ਅਸੀਂ ਇੱਕ ਆਕਾਰ ਤੋਂ ਦੂਸਰੇ ਆਕਾਰ 'ਚ ਜਾਂਦੇ ਹਾਂ, ਸਾਨੂੰ ਪਿਛੋਕੜ ਭੁਲਾ ਦਿੰਦੇ ਬਈ ਇਸ ਤੋਂ ਪਹਿਲਾਂ ਸਾਡਾ ਜਿਹੜਾ ਜੀਵਨ ਸੀ ਉਹ ਕਿੱਥੇ ਸੀ। ਜਿਵੇਂ ਹੁਣ ਆਪਾਂ ਨੂੰ ਮਾਨਸ ਜਾਮਾ ਮਿਲਿਆ, ਇਹਦੇ ਵਿੱਚ ਸਭ ਤੋਂ ਵੱਧ ਗਿਆਨ ਹੈ ਆਪਾਂ ਨੂੰ, ਪਰ ਸਭ ਤੋਂ ਵੱਧ ਗਿਆਨ ਹੋਣ ਦੇ ਬਾਵਜੂਦ ਵੀ ਆਪਾਂ ਨੂੰ ਆਪਣਾ ਪਿਛੋਕੜ ਨਹੀਂ ਪਤਾ ਵੀ ਇਸ ਤੋਂ ਪਹਿਲਾਂ ਸਾਡਾ ਜਨਮ ਕਿੱਥੇ ਸੀ, ਅਸੀਂ ਕਿੱਥੋਂ ਆਏ, ਸਾਡਾ ਪਿਛਲਾ ਜਨਮ ਕਿਹੜਾ ਸੀ, ਅਤੇ ਸਾਡੇ ਕੌਣ ਸੰਜੋਗੀ ਸੀ, ਸਾਡਾ ਕਿਹੜਾ ਪਰਿਵਾਰ ਸੀ, ਅਸੀਂ ਕਿੱਥੋਂ ਆ ਗਏ। ਉਹ ਆਪਾਂ ਨੂੰ ਸਾਰਾ ਕੁਝ ਭੁੱਲ ਜਾਂਦਾ। ਅਤੇ ਜਦੋਂ ਇੱਕ ਆਕਾਰ ਤੋਂ ਅਸੀਂ ਦੂਸਰੇ ਆਕਾਰ 'ਚ ਚਲੇ ਜਾਂਦੇ ਹਾਂ, ਸਾਨੂੰ ਤਾਂ ਭੁੱਲ ਜਾਂਦਾ, ਪਰ ਉਹ ਜਿਹੜੇ ਪਰਿਵਾਰ ਦੇ ਮੈਂਬਰ ਹੁੰਦੇ ਮਗਰੋਂ ਕੌਣ ਕਿੰਨਾ ਸਾਨੂੰ ਰੋਂਦਾ, ਕਿੰਨਾ ਸਾਨੂੰ ਵਿਰਾਗ ਕਰਦਾ, ਉਹ ਸਾਡੇ ਲਈ ਕੋਈ ਅਹਿਮੀਅਤ ਨਹੀਂ ਰੱਖਦਾ। ਕਿਉਂਕਿ ਉਹ ਰੋ ਕੇ ਆਪਦੇ ਆਪ ਨੂੰ ਦੁਖੀ ਤਾਂ ਕਰੇਗਾ, ਪਰ ਉਹਦਾ ਆਪਾਂ ਨੂੰ ਨਹੀਂ ਚੇਤਾ ਵੀ ਸਾਨੂੰ ਕੌਣ ਚੇਤੇ ਕਰਕੇ ਕੌਣ ਰੋ ਰਿਹਾ, ਜਾਂ ਕਿੰਨਾ ਕੋਈ ਵਿਰਾਗ ਕਰ ਰਿਹਾ, ਕਿੰਨਾ ਦੁਖੀ ਹੋ ਰਿਹਾ, ਉਹ ਆਪਣੇ ਲਈ ਕੋਈ ਮਾਇਨੇ ਨਹੀਂ ਰੱਖਦਾ। ਹੁਣ ਇਸੇ ਤਰ੍ਹਾਂ ਹੀ ਮਹਾਰਾਜ ਕਹਿੰਦੇ ਵੀ ਇਹ ਪਤਾ ਨਹੀਂ ਕਿੰਨੀ ਕੁ ਵਾਰ ਸਾਡਾ ਸੰਜੋਗ ਹੋਇਆ, ਕਿੰਨੀ ਕੁ ਵਾਰ ਸਾਡੇ ਜਿਹੜੇ ਮਾਂ ਪਿਓ ਬਣੇ ਉਹੀਓ ਫਿਰ ਆਪਣੇ ਬੱਚੇ ਬਣ ਜਾਂਦੇ, ਆਪਾਂ ਉਹਨਾਂ ਦੇ ਮਾਂ ਪਿਓ ਬਣ ਜਾਂਦੇ। ਇਹ ਪਤਾ ਨਹੀਂ ਕਿੰਨੀ ਕੁ ਵਾਰ ਹੋਇਆ, ਅਤੇ ਗਾਂਹ ਦੀ ਗਾਂਹ ਅਸੀਂ ਚੱਲਦੇ ਆ ਰਹੇ, ਤੁਰੇ ਆ ਰਹੇ। ਮਹਾਰਾਜ ਕਹਿੰਦੇ ਕਤ ਕੀ ਮਾਈ ਬਾਪ ਕਤ ਕੀਰ ਕਿਦੂ ਥਾਓ ਹਮਾਈ, ਅਗਨ ਬਿੰਬ ਜਲ ਭੀਤਰ ਨਿਪਜੇ ਕਾਹੇ ਕੰਮ ਅਪਾਈ। ਬਈ ਇਹ ਪਤਾ ਨਹੀਂ ਕਿੰਨੀ ਕੁ ਵਾਰ ਅਸੀਂ ਆਏ ਗਏ ਸੰਸਾਰ ਦੇ ਵਿੱਚ, ਬਈ ਕਿੰਨੀ ਵਾਰ ਅਸੀਂ ਇਹ ਮਾਤਾ ਪਿਤਾ ਬਣੇ, ਜਾਂ ਅਸੀਂ ਗੁਰੂ ਜਾਂ ਚੇਲੇ ਬਣਦੇ ਰਹੇ। ਸਤਿਗੁਰੂ ਇਸ ਲਈ ਫਰਮਾਉਂਦੇ ਵੀ ਕਿੰਨੀ ਵਾਰ ਇਹ ਹੋਇਆ, ਕਿਉਂਕਿ ਅਸੀਂ ਗਾਂਹ ਦੀ ਗਾਂਹ ਤੁਰੇ ਆ ਰਹੇ। ਇਹ ਆਪਾਂ ਨੂੰ ਹੁਣ ਕਹਿੰਦੇ ਵੀ ਹੁਣ ਸਾਨੂੰ ਸਾਨੂੰ ਘਰ ਮਿਲ ਗਏ, ਅਤੇ ਹੁਣ ਇਹ ਸੰਜੋਗੀ ਮਿਲ ਗਏ, ਪਰਿਵਾਰ ਜਿਹੜਾ ਪਿਛਲੇ ਜਨਮਾਂ ਦੇ ਸੰਜੋਗੀ ਇਕੱਠੇ ਹੋ ਗਏ। ਹੁਣ ਇਹ ਸੰਜੋਗ ਤਾਂ ਜੁੜ ਗਏ, ਜੇ ਆਖੀਏ ਵੀ ਅੰਤ ਸਮੇਂ ਇਹਨਾਂ ਦੇ ਵਿੱਚੋਂ ਕੋਈ ਨਾਲ ਜਾਏਗਾ, ਨਾਲ ਕਿਸੇ ਨੇ ਨਹੀਂ ਜਾਣਾ। ਬਈ ਅੱਗੇ ਸਾਥ ਕਿਸੇ ਨੇ ਨਹੀਂ ਦੇਣਾ, ਕਿਉਂਕਿ ਆਪੋ ਆਪਣਾ ਖੇਲ ਹੈ ਸਭ। ਮਹਾਰਾਜ ਤਾਂਹੀਓ ਸਾਨੂੰ ਸਮਝਾਉਂਦੇ ਬਈ ਇਹ ਅਸੀਂ ਪਿਛਲੇ ਜਨਮਾਂ ਦੇ ਸੰਜੋਗੀ, ਪੂਰਵ ਜਨਮ ਕੇ ਮਿਲੇ ਸੰਜੋਗੀ, ਅੰਤੇ ਕੋ ਨਾ ਸਹਾਈ। ਵੀ ਪੂਰਵਲੇ ਜਨਮਾਂ ਦੇ ਸੰਜੋਗੀ ਇਕੱਠੇ ਹੋ ਗਏ ਆ, ਪਰ ਅੰਤ ਸਮੇਂ ਇਹਨਾਂ ਦੇ ਵਿੱਚ ਸਹਾਈ ਕਿਸੇ ਨੇ ਨਹੀਂ ਹੋਣਾ। ਸਹਾਈ ਤਾਂ ਆਪਾਂ ਹੁਣ ਜਦੋਂ ਰਾਤ ਨੂੰ ਦੇਹ ਛੱਡ ਜਾਂਦੇ, ਫਿਰ ਆਪਾਂ ਇਕੱਲੇ ਇਕੱਲੇ ਜਾਂਦੇ ਹਾਂ, ਅਤੇ ਉੱਥੇ ਆਪਾਂ ਨੂੰ ਯਾਦ ਹੀ ਨਹੀਂ ਰਹਿੰਦਾ ਵੀ ਸਾਡਾ ਕਿਹੜਾ ਪਰਿਵਾਰ ਹੈ ਅਤੇ ਕੌਣ ਸਾਡੇ ਸੰਗੀ ਸਾਥੀ, ਸਭ ਆਪਾਂ ਨੂੰ ਭੁੱਲ ਜਾਂਦੇ। ਹੁਣ ਇਸ ਲਈ ਫਿਰ ਆਪਾਂ ਨੂੰ ਸਮਝਾਉਂਦੇ ਵੀ ਜਦੋਂ ਸਾਡੇ 'ਤੇ ਔਖੀ ਘੜੀ ਆਉਂਦੀ, ਮਹਾਰਾਜ ਫਿਰ ਉਸ ਅਵਸਥਾ 'ਚ ਕਹਿੰਦੇ ਵੀ ਜਿਹੜੇ ਸੰਗੀ ਸਾਥੀ ਸੀ ਸਭ ਤੱਜ ਗਏ, ਸਭ ਸਾਥ ਛੱਡ ਗਏ।
संग सखा सब तज गए कोऊ न निभ्यो साथ। भी कोई भी ना निभ्या इन्हां दे विचों साथ निभाउण वाला कोई भी ना लभा। फिर ऐसी विपता दे विच साथ कौन दिंदा? परमात्मा निरंकार वाहिगुरू। कहो नानक ये विपत मैं टेक एक रघुनाथ। भी जदों विपता पई जे असी टेक मालक ते रखी रघुनाथ ते रखी तो वह सानू फिर जमा दे मार्ग ते नहीं जाण दिंदे। जे असी टेक इधर मानस ते रखीए किसी होर ते लाइए ये साडी टेक व्यर्थ। महाराज इसे लिए फरमाउंदे मानक की टेक व्यर्थी सब जान देवन को एके भगवान। ये जड़ी मानस की टेक ये आसरा सब व्यर्थ। जे तुसी टेक रखनी तो कहते मालक की रखो परमात्मा की वाहिगुरू जी। जे असी उन्होंने अपना आधार आसरा बनावांगे वो सानू कलिया नहीं छड्डेगा। मालक इत्थे भी साडे नाल है ते जदों असी देह छड्डांगे उन्हें उत्थे भी साडे नाल होना। नाम है जो अकाल पुरख दे मुख दी आवाज़ जो नाम ने इत्थे भी साडे नाल है। जदों असी देह छड्डांगे नाम उत्थे भी साडे नाल। सो ताइयों महाराज कहंदे भी असी संसार दे विच तां बड़े मित्र घनेरे बना के देखे पर साडा जिहड़ा दुख सी वो दुख ना किसी ने कट्टे। ये दुख उदों कटिया गया जदों फिर प्रीतम वाहिगुरू नूं मिल गए तो उन्हें शब्द नाम की दात दी। वो शब्द ने फिर साडा जिहड़ा रोग सी दुख सी वो सारा मारे कहंदे भी खत्म कर दिता। फरमाउंदे ने मित्र घनेरे कर थकी मेरा दुख काटे कोई मिल प्रीतम दुख कटे या शब्द मिलावा होए। बई साडा जिहड़ा दुख सब तो वड्डा सानू जन्म मरण दा लग्या होया जिहड़ा असीं वार वार आकारां दे विच आउंदे। जदों एक आकार तो असीं देह छड्डदे हां ते सानू फिर दूसरा आकार दे दिंदे सानू फिर भेज दिंदे इधर। हौड़े सब तो वड्डा रोग जिहड़ा सानू जन्म मरण दा लग्या वार वार जिहड़ा असीं आउंदे जांदे। हुण महाराज कहंदे भी ये साडा रोग खत्म हो सकदा हुण सानू मौका हुण सानू वारी मिली। जे असीं चाहुंदे हां अविनाशी राज लेना जे असीं चाहुंदे हां सदा लई अविनाशी होना परमात्मा दे विच लीन होना फिर सानू समझाउंदे भी तुहानू खोज के तत्त दी गल दसदे भी तुसीं सदा ही परमात्मा दा सिमरन करो जे तुसीं वापस नहीं आउणा चाहुंदे जूनां दे विच। महाराज फरमाउंदे खोजत खोजत इहो तत्त विचारियो दास गोबिंद परैण अविनाशी खेम चाहे जे नानक सदा सिमर नरैण। बई होर असी संसार दी तां की वो कहंदे जे तुसीं अविनाशी राज लेना चाहुंदे अविनाशी हुंदा भी जिहदा कदे नाश नहीं हुंदा जिहड़ा सदा थिर रहण वाला। इधर संसार दा कुछ भी सदा रहण वाला नहीं ना दा शरीर सदा रहना ते ना ही इधर संसार दा राज भाग रहना क्योंकि तो शरीर ही जदों खत्म हो गया सारा कुछ ये नाल ही खत्म हो जाता। महाराज इसलिए फिर सानू समझाउंदे भी दृष्टमान जिन्ना भी ये सारा कुछ नासवान है सब मिथ्या होए। महाराज फरमाउंदे राज विनाशी ताम विनाशी सातक भी बेनादा दृष्टमान है सगल विनाशी एक साध वचन अगाधा। भी जो भी दृष्टमान सानू नज़र आ रहा इन्हां अखां द्वारा ये सब नासवान सदा रहन वाला नहीं। ये पता नहीं किन्नी क वार पसारा पसरिया फिर ढह जाता सारा कुछ फिर मालक एक रूप हो जाता।
ਫਿਰ ਜਦੋਂ ਉਹਨਾਂ ਦੀ ਇੱਛਾ ਹੁੰਦੀ ਫਿਰ ਪਸਾਰਾ ਪਸਰ ਜਾਂਦਾ ਹੈ, ਅਤੇ ਫਿਰ ਜਦੋਂ ਇੱਛਾ ਹੁੰਦੀ ਫਿਰ ਖੇਲ ਰੁਕ ਦਿੰਦੀ। ਇਹ ਪਤਾ ਨਹੀਂ ਕਿੰਨੀ ਕੁ ਵਾਰ ਇਹ ਪਸਾਰਾ ਪਸਰਿਆ ਅਤੇ ਕਿੰਨੀ ਕੁ ਵਾਰ ਇਹ ਸਾਰਾ ਕੁਛ ਨਾਸ ਬਣ ਹੋਈ। ਹੁਣ ਮਹਾਰਾਜ ਇਸ ਲਈ ਸਾਨੂੰ ਫਿਰ ਗੁਰੂ ਗੋਬਿੰਦ ਸਿੰਘ ਜੀ ਫਰਮਾਉਂਦੇ, ਏਕ ਹੈ ਅਨੇਕ ਹੈ, ਅਨੇਕ ਹੈ ਫਿਰ ਏਕ ਹੈ। ਬਈ ਜਦੋਂ ਮਾਲਕ ਦੀ ਇੱਛਾ ਹੁੰਦੀ ਇੱਕ ਤੋਂ ਅਨੇਕ ਰੂਪ ਵਿੱਚ ਪ੍ਰਗਟ ਹੋ ਜਾਂਦੀ, ਜਦੋਂ ਉਹਨਾਂ ਦੀ ਇੱਛਾ ਹੁੰਦੀ ਫਿਰ ਇੱਕ ਰੂਪ ਹੋ ਜਾਂਦੀ, ਜਦੋਂ ਇੱਛਾ ਹੁੰਦੀ ਫਿਰ ਖੇਲ ਸ਼ੁਰੂ ਕਰਨਾ, ਫਿਰ ਪਸਾਰਾ ਪਸਾਰ ਦਿੰਦੀ। ਹੁਣ ਆਪਾਂ ਨੂੰ ਫਿਰ ਸਮਝਾਉਂਦੇ ਵੀ ਇਹ ਜਿਹੜਾ ਪਸਾਰਾ ਪਸਰੇ ਹੈ, ਜਿਹੜਾ ਇਹ ਸੰਸਾਰ ਦਾ ਮਾਰਗ, ਇਹਦੇ 'ਤੇ ਕੋਈ ਵੀ ਚੀਜ਼ ਸਦਾ ਥਿਰ ਰਹਿਣ ਵਾਲੀ ਨਹੀਂ। ਸਾਨੂੰ ਕਹਿੰਦੇ ਵੀ ਤੁਸੀਂ ਚਿੰਤਾ, ਤੁਸੀਂ ਫਿਕਰ ਤਾਂ ਕਰੋ ਵੀ ਜੇ ਇੱਥੇ ਅਨਹੋਣੀ ਹੋਣੀ ਹੋਵੇ। ਜਿਵੇਂ ਸੰਸਾਰ 'ਚ ਤਾਂ ਕਈ ਜੀਵ ਕਹਿੰਦੇ ਨਾ ਵੀ ਆਹ ਤਾਂ ਅਨਹੋਣੀ ਹੋ ਗਈ ਜੀ, ਇੱਥੇ ਅਨਹੋਣੀ ਕੁਝ ਨਹੀਂ ਹੁੰਦੀ। ਇਹ ਅੱਗੇ ਇਹਦਾ ਸਾਰਾ ਕੁਛ ਪਹਿਲਾਂ ਹੀ ਆਪਾਂ ਨੂੰ ਦੱਸ ਦਿੱਤਾ ਵੀ ਨਾਸਵਾਨ ਹੈ, ਮਿਥਿਆ ਹੋਇਆ, ਇਹ ਸਦਾ ਰਹਿਣ ਵਾਲਾ ਨਹੀਂ, ਇਹ ਨਾਸ। ਫਿਰ ਅਨਹੋਣੀ ਕਾਹਦੀ ਹੋ ਗਈ ਜਦੋਂ ਨਾਸ ਤਾਂ ਪਹਿਲਾਂ ਹੀ ਦੱਸ ਦਿੱਤਾ ਵੀ ਹੋਣਾ ਹੀ ਹੋਣਾ। ਜੇ ਸਾਡਾ ਜਨਮ ਹੈ ਅਤੇ ਮ੍ਰਿਤੂ ਵੀ, ਮੌਤ ਵੀ। ਮੌਤ ਅਸੀਂ ਪਹਿਲਾਂ ਲਿਖਾ ਕੇ ਆਉਂਦੀ, ਫਿਰ ਇਸ ਮਿਰਤ ਮੰਡਲ 'ਚ ਆਉਂਦੇ, ਪਹਿਲਾਂ ਸਾਤੋਂ ਮਰਨ ਲਿਖਾ ਲਿਆ ਜਾਂਦਾ। ਮਹਾਰਾਜ ਫਰਮਾਉਂਦੇ, ਮਰਨ ਲਿਖਾਏ ਮੰਡਲ ਮੇ ਆਏ। ਵੀ ਮਰਨ ਤਾਂ ਅਸੀਂ ਪਹਿਲਾਂ ਲਿਖਾ ਕੇ ਫਿਰ ਇਸ ਲੋਕ ਵਿੱਚ ਆਏ। ਫਿਰ ਜਦੋਂ ਕੋਈ ਮਰ ਜਾਂਦਾ, ਦੇਹ ਛੱਡ ਜਾਂਦਾ, ਅਤੇ ਫਿਰ ਕਹਿੰਦੇ ਅਨਹੋਣੀ ਹੋ ਗਈ। ਅਤੇ ਅਨਹੋਣੀ ਕਾਹਦੀ ਹੋ ਗਈ? ਉਹ ਤਾਂ ਹੋਣੀ ਹੋਈ ਸੀ, ਜਿੰਨਾ ਸਮਾਂ ਸੀ ਉਹ ਸਮਾਂ ਖਤਮ ਹੋ ਗਿਆ ਅਤੇ ਜਾਣਾ ਹੀ ਆ। ਮਹਾਰਾਜ ਇਸ ਲਈ ਫਰਮਾਉਂਦੇ, ਚਿੰਤਾ ਤਾਂ ਕੀ ਕੀਜੀਏ ਜੇ ਅਨਹੋਣੀ ਹੋਏ। ਇਹੋ ਮਾਰਗ ਸੰਸਾਰ ਕੋ ਨਾਨਕ ਥਿਰ ਨਹੀਂ ਕੋਈ। ਵੀ ਇਹ ਜਿਹੜਾ ਸੰਸਾਰ ਦਾ ਮਾਰਗ, ਇੱਥੇ ਕੋਈ ਵੀ ਥਿਰ ਰਹਿਣ ਵਾਲਾ ਨਹੀਂ, ਸਦਾ ਇੱਥੇ ਕੁਝ ਵੀ ਟਿਕਿਆ ਰਹਿਣ ਵਾਲਾ ਨਹੀਂ। ਜੋ ਵੀ ਜੀਵ ਆਇਆ ਹੈ ਉਹਨੇ ਇੱਥੋਂ ਜਾਣਾ ਹੀ ਜਾਣਾ ਵਾਪਸ। ਜੋ ਆਇਆ ਸੋ ਚੱਲ ਸੀ, ਸਭ ਕੋਈ ਆਈ ਵਾਰੀ ਹੈ। ਬਈ ਸਭ ਦੀ ਵਾਰੀ ਆਉਣੀ, ਅਤੇ ਸਭ ਨੇ ਆਪੋ ਆਪਣੀ ਵਾਰੀ ਮੁਤਾਬਕ ਇੱਥੋਂ ਚੱਲੇ ਜਾਣਾ। ਹੁਣ ਜਾਂਦੇ ਗੁਰਮੁਖ ਵੀ ਨੇ ਅਤੇ ਜਾਂਦੇ ਮਨਮੁਖ ਵੀ ਨੇ, ਪਰ ਜਾਣ ਦੇ ਵਿੱਚ ਅੰਤਰ ਹੈ, ਜਾਣ ਦੇ ਵਿੱਚ ਫਰਕ ਹੈ। ਜਿਹੜਾ ਮਨਮੁਖ ਜਾਂਦਾ ਉਹ ਬੇਪੱਤ ਹੋ ਕੇ ਜਾਂਦਾ, ਬੇਇੱਜ਼ਤ ਹੋ ਕੇ ਜਾਂਦਾ। ਜਿਨ੍ਹਾਂ ਦੇ ਉਹਨੇ ਟੇਕ ਲਾਈ ਹੁੰਦੀ, ਜਿਨ੍ਹਾਂ ਨੂੰ ਆਪਦਾ ਆਸਰਾ ਬਣਾਇਆ ਹੁੰਦਾ, ਉਹ ਸਭ ਆਸਰੇ ਉਹਦੇ ਝੂਠੇ ਨਿਕਲਦੇ। ਫਿਰ ਉਹ ਪਛਤਾਉਂਦਾ ਅਤੇ ਫਿਰ ਪਛਤਾਵੇ ਵਿੱਚ ਰੋਂਦਾ, ਵਰਾਕ ਕਰਦਾ। ਮਹਾਰਾਜ ਕਹਿੰਦੇ ਵੀ ਹੁਣ ਕਿਉਂ ਰੋਣਾ, ਜਦੋਂ ਤੇਰੇ ਕੋਲ ਸਮਾਂ ਸੀ ਉਦੋਂ ਤੈਨੂੰ ਸਮਝਾਉਂਦੇ ਰਹੇ ਬਈ ਹੁਣ ਤੂੰ ਪਰਮਾਤਮਾ ਨੂੰ ਆਪਦਾ ਆਧਾਰ, ਆਪਦਾ ਆਸਰਾ ਬਣਾ, ਤੂੰ ਮਾਲਕ ਦੀ ਭਗਤੀ ਕਰ, ਸਿਮਰਨ ਕਰ। ਇਹ ਉਦੋਂ ਜੀਵ ਲੋਭ ਦੇ ਵਿੱਚ ਪਿਆ ਰਹਿੰਦਾ। ਜਿਵੇਂ ਇੱਥੇ ਕਿਸੇ ਨੂੰ ਆਖੋ ਵੀ ਸਿਮਰਨ ਕਰੋ, ਕਹਿੰਦਾ ਕੰਮ ਬਹੁਤ। ਅਸੀਂ ਆਖੋਗੇ ਵੀ ਸੰਗਤ ਕਰੋ, ਆਓ ਸੰਗਤ ਕਰੀਏ, ਅਤੇ ਉਹ ਕਹਿੰਦਾ ਟਾਈਮ ਹੀ ਨਹੀਂ ਮੇਰੇ ਕੋਲ, ਸੰਗਤ ਕਰਨ ਦਾ ਟਾਈਮ ਨਹੀਂ, ਸਿਮਰਨ ਕਰਨ ਦਾ ਟਾਈਮ ਨਹੀਂ। ਫਿਰ ਉਹ ਪਿਆ ਕਾਹਦੇ ਵਿੱਚ ਹੋਇਆ? ਉਹ ਪਿਆ ਲੋਭ ਦੇ ਵਿੱਚ। ਲੋਭ ਦੇ ਵਿੱਚ ਪਿਆ ਹੋਣ ਕਰਕੇ ਉਹ ਸਮਝਦਾ ਬਈ ਮੈਂ ਕਾਹਦੇ ਲਈ ਸਮਾਂ ਆਪਦਾ ਖਰਾਬ ਕਰਨਾ, ਸਿਮਰਨ ਕਰਕੇ ਜਾਂ ਸੰਗਤ ਕਰਕੇ, ਉਹੀਓ ਮੈਂ ਕੰਮ ਕਰਾਂ। ਮਾਰੇ ਕਹਿੰਦੇ ਵੀ ਉਦੋਂ ਤੂੰ ਲੋਭ ਦੇ ਵਿੱਚ ਪਿਆ ਰਿਹਾ, ਜਦੋਂ ਤੇਰੇ ਕੋਲ ਸਮਾਂ ਸੀ ਤੂੰ ਸੰਗਤ ਕਰ ਸਕਦਾ ਸੀ, ਸਿਮਰਨ ਕਰ ਸਕਦਾ ਸੀ, ਉਦੋਂ ਤੂੰ ਕੀਤਾ ਨਹੀਂ। ਫਿਰ ਜਦੋਂ ਇਹਦੇ 'ਤੇ ਮੁਸੀਬਤ ਪੈਂਦੀ, ਔਖੀ ਘੜੀ ਆਉਂਦੀ, ਜਾਂ ਮੈਨੂੰ ਕੁੱਟਦੇ ਅਤੇ ਫਿਰ ਰੋਂਦਾ। ਫਿਰ ਮਹਾਰਾਜ ਕਹਿੰਦੇ ਹੁਣ ਕਿਉਂ ਰੋਣਾ? ਜਦੋਂ ਸਮਾਂ ਸੀ ਉਦੋਂ ਤਾਂ ਤੂੰ ਸਿਮਰਨ ਕੀਤਾ ਨਹੀਂ, ਉਦੋਂ ਤਾਂ ਤੂੰ ਭੇਤ ਨਹੀਂ ਲਿਆ ਆਪਦੇ ਘਰ 'ਚ। ਮਹਾਰਾਜ ਇਸ ਵਾਸਤੇ 'ਚ ਫਿਰ ਕਹਿੰਦੇ, ਕਰਨ ਹੋਤੋ ਸੋ ਨਾ ਕੀਓ, ਭਰਿਓ ਲੋਭ ਕੇ ਫੰਦ, ਨਾਨਕ ਸਮਿਓ ਰਮ ਗਿਓ, ਅਬ ਕਿਉਂ ਰੋਵਤ ਅੰਧ। ਬਈ ਜਦੋਂ ਤੇਰੇ ਕੋਲ ਸਮਾਂ ਸੀ
ਤੈਨੂੰ ਗੁਰਮਾ ਕਹਿੰਦੇ ਵੀ ਰਹੇ ਵੀ ਸਿਮਰਨ ਕਰ ਲਾ, ਸੰਗਤ ਕਰ ਲਾ। ਉਦੋਂ ਤੂੰ ਲੋਭ ਦੇ ਵਿੱਚ ਪਿਆ ਰਿਹਾ, ਅਤੇ ਉਦੋਂ ਤਾਂ ਤੂੰ ਕਹਿੰਦਾ ਸੀ ਅੱਗਾ ਕਿਹੜਾ ਕਿਸੇ ਨੇ ਦੇਖੀ ਵੀ ਨਰਕ ਸਵਰਗ ਸਾਰਾ ਕੁਛ ਇੱਥੇ ਹੀ ਹੈ ਜੀ। ਜਿਵੇਂ ਆਮ ਮਨਮੁਖ ਕਹਿ ਦਿੰਦੇ ਇਹ ਜੱਗ ਮਿੱਠਾ ਅਤੇ ਅਗਲਾ ਕਿਹਨੇ ਡਿੱਠ। ਫਿਰ ਉਦੋਂ ਪਤਾ ਲੱਗਦਾ ਅੱਗੇ ਦਾ, ਜਦੋਂ ਫਿਰ ਦਿੱਤਾ ਹੋਇਆ ਸਮਾਂ ਖਤਮ ਹੁੰਦਾ, ਵੀ ਜਿਹੜਾ ਕਹਿੰਦੇ ਸੀ ਨਾ ਵੀ ਅੱਗਾ ਕਿਹੜਾ ਦੇਖੇ ਆ, ਇਹ ਅੱਗੇ ਸੁੱਤਿਆਂ ਨੂੰ ਤਾਂ ਅੱਗਾ ਦੀਂਦਾ ਨਹੀਂ। ਜਾਂ ਤਾਂ ਹੁਣ ਅਸੀਂ ਸਿਮਰਨ ਕਰਕੇ ਜਾਗੀਏ ਅਤੇ ਫਿਰ ਅੱਗਾ ਪਤਾ ਲੱਗੇ, ਜਾਂ ਫਿਰ ਜਦੋਂ ਮਨਮੁਖ ਸਿਮਰਨ ਤਾਂ ਕਰਦਾ ਨਹੀਂ, ਉਹ ਜਾਗਦਾ ਨਹੀਂ, ਫਿਰ ਉਹ ਉਦੋਂ ਜਾਗਦਾ ਜਦੋਂ ਉਹਦਾ ਦਿੱਤਾ ਹੋਇਆ ਸਮਾਂ ਖਤਮ ਹੁੰਦਾ। ਫਿਰ ਜਾਮ ਆ ਕੇ ਜਗਾ ਲੈਂਦੇ। ਜਾਮ ਆ ਕੇ ਜਦੋਂ ਸਿਰ ਦੇ ਵਿੱਚ ਜ਼ੋਰ ਦੀ ਡੰਡਾ ਮਾਰਦੇ, ਫਿਰ ਇਹ ਸੁੱਤਾ ਹੋਇਆ ਜਾਗਦਾ, ਅਤੇ ਫਿਰ ਇੱਕਦਮ ਉੱਠਦਾ ਅਤੇ ਫਿਰ ਪੁੱਛਦਾ ਵੀ ਮੈਂ ਕਿੱਥੇ। ਫਿਰ ਜਮ ਕਹਿੰਦੇ ਵੀ ਹੁਣ ਤੂੰ ਸਾਡੇ ਕੋਲ ਹੈ, ਤੇਰਾ ਦਿੱਤਾ ਹੋਇਆ ਸਮਾਂ ਸੀ ਜਿਹੜਾ ਉਹ ਖਤਮ ਹੋ ਗਿਆ। ਫਿਰ ਇਹ ਉਹਨਾਂ ਤੋਂ ਛੁੱਟ ਕੇ ਕਿਸੇ ਪਾਸੇ ਭੱਜ ਨਹੀਂ ਸਕਦਾ। ਮਾਰੇ ਫਰਮਾਉਂਦੇ ਜਮ ਕੋ ਡੰਡ ਪੜਿਓ ਸੈਰੂ ਪਰ ਤਬ ਸੋਭਤ ਜਾਗਿਓ, ਕਹਾਂ ਹੋ ਤਬ ਕੇ ਪਛਤਾਏ ਛੂਟਤ ਨਾਹਿਨ ਭਾਗਿਓ। ਫਿਰ ਉਦੋਂ ਪਛਤਾਉਂਦਾ ਅਤੇ ਫਿਰ ਉਦੋਂ ਭੱਜ ਨਹੀਂ ਸਕਦਾ। ਫਿਰ ਪਤਾ ਲੱਗਦਾ ਵੀ ਆਹ ਕੀ ਬਣ ਗਿਆ, ਵੀ ਜਿਹੜਾ ਪਹਿਲਾਂ ਕਹਿੰਦਾ ਸੀ ਵੀ ਨਰਕ ਸਵਰਗ ਇੱਥੇ ਹੀ ਹੈ, ਇਹ ਉਦੋਂ ਪਤਾ ਲੱਗਿਆ ਵੀ ਇਹ ਤਾਂ ਜਮਾਂ ਨੇ ਜਦੋਂ ਫਿਰ ਕੁੱਟਣਾ ਸ਼ੁਰੂ ਕਰ ਦਿੰਦੇ। ਫਿਰ ਜਿਨ੍ਹਾਂ ਨੂੰ ਆਪਦੇ ਕਹਿੰਦਾ ਸੀ ਮੇਰਾ ਪਰਿਵਾਰ ਹੈ, ਮੇਰੇ ਸੰਗੀ ਸਾਥੀ ਨੇ, ਫਿਰ ਉਹ ਕੋਲ ਹੀ ਖੜ੍ਹੇ ਹੁੰਦੇ, ਕੋਲ ਹੀ ਉਹ ਕੱਟਣ ਲੱਗ ਜਾਂਦੇ ਜੰਮ। ਫਿਰ ਉਹਨਾਂ ਨੂੰ ਆਵਾਜ਼ਾਂ ਮਾਰਦਾ ਵੀ ਮੇਰੀ ਮਦਦ ਕਰੋ, ਮੈਨੂੰ ਛਡਾਓ ਇਹਨਾਂ ਤੋਂ, ਅਤੇ ਉਹ ਕੋਈ ਨਹੀਂ ਛਡਾਉਂਦਾ ਇਹਨਾਂ ਨੂੰ। ਕਿਉਂਕਿ ਉਹ ਵੀ ਸਾਰੇ ਸੁੱਤੇ ਪਏ ਨੇ। ਜਿਹੜੇ ਸਰੀਰ ਦੇ ਵਿੱਚ ਹੀ ਰਹਿੰਦਾ ਸੀ, ਇਹ ਕੱਪੜਾ ਇੱਥੇ ਹੀ ਰਹਿ ਗਿਆ, ਸਰੀਰ ਇੱਥੇ ਹੀ ਰਹਿ ਗਿਆ। ਜਿਹੜਾ ਇਹਦੇ ਅੰਦਰ ਵੱਸਦਾ ਸੀ, ਉਹਨੂੰ ਇਹਦੇ ਵਿੱਚੋਂ ਬਾਹਰ ਕੱਢ ਲਿਆ, ਉਹਨੂੰ ਨੰਗਾ ਕਰ ਲਿਆ, ਅਤੇ ਨੰਗਾ ਕਰਕੇ ਕੁੱਟਣਾ ਸ਼ੁਰੂ ਕਰ ਦਿੰਦੇ। ਫਿਰ ਉਦੋਂ ਪਰਿਵਾਰ ਦੇ ਮੈਂਬਰਾਂ ਨੂੰ ਬੇਨਤੀਆਂ ਕਰਦਾ ਵੀ ਮੈਨੂੰ ਛਡਾਓ, ਅਤੇ ਉਹ ਕੋਈ ਨਹੀਂ ਛਡਾਉਂਦਾ, ਕੋਈ ਇਹਦੀ ਮਦਦ 'ਤੇ ਨਹੀਂ ਪਹੁੰਚਦਾ। ਫਿਰ ਇਸ ਅਵਸਥਾ 'ਚ ਮਹਾਰਾਜ ਕਹਿੰਦੇ ਵੀ ਸੰਗ ਸਖਾ ਸੀ ਜਿਹੜੇ ਸਭ ਤੱਜ ਗਏ, ਸਭ ਸਾਥ ਛੱਡ ਕੇ, ਕੋਈ ਨਾ ਨਿਭਿਆ ਨਾਲ। ਬਈ ਜਿਨ੍ਹਾਂ ਨੂੰ ਮੈਂ ਆਪਦੇ ਸਮਝਦਾ ਰਿਹਾ ਵੀ ਮੇਰੇ ਨੇ, ਅਤੇ ਉਹ ਤਾਂ ਪਤਾ ਲੱਗਿਆ ਵੀ ਕੋਈ ਨਾ ਮੇਰਾ ਨਿਕਲੇ। ਫਿਰ ਉਦੋਂ ਕਹਿੰਦੇ ਵੀ ਹੁਣ ਔਖੀ ਘੜੀ ਆ ਗਈ, ਹੁਣ ਮੁਸੀਬਤ ਪੈ ਗਈ, ਅਤੇ ਹੁਣ ਕਿਸੇ ਨੇ ਨਹੀਂ ਤੇਰਾ ਸਾਥ ਦੇਣਾ। ਫਿਰ ਉਦੋਂ ਪਛਤਾਵੇ ਵਿੱਚ ਮਨ ਕਹਿੰਦਾ ਵੀ ਜਿਹੜੇ ਕੁਟੁੰਬ ਦੀ ਖਾਤਰ ਮੈਂ ਸਾਰੀ ਉਮਰ ਕਰਮ ਕਰਦਾ ਰਿਹਾ, ਜਿਹੜੇ ਕੁਟੁੰਬ ਨੂੰ ਪਾਲਣ ਵਾਸਤੇ, ਉਹ ਕੁਟੁੰਬ ਦੇ ਵਿੱਚੋਂ ਕਿਸੇ ਨੇ ਵੀ ਮੇਰਾ ਅੱਗੇ ਸਾਥ ਨਾ ਦਿੱਤਾ। ਮਹਾਰਾਜ ਕਹਿੰਦੇ ਕਬੀਰ ਹਰ ਕਾ ਸਿਮਰਨ ਛੱਡ ਕੇ ਪਾਲਿਓ ਬਹੁਤ ਕੁਟੁੰਬ, ਧੰਦਾ ਕਰਦਾ ਰਹਿ ਗਿਆ ਭਾਈ ਰਿਹਾ ਨਾ ਬੰਦ। ਬਈ ਜਿਨ੍ਹਾਂ ਦੀ ਖਾਤਰ ਸਾਰੀ ਉਮਰ ਧੰਦ ਪਿੱਟਦਾ ਰਿਹਾ, ਉਹਨਾਂ ਦੇ ਵਿੱਚੋਂ ਕਿਸੇ ਨੇ ਅੱਗੇ ਸਾਥ ਹੀ ਨਾ ਦਿੱਤਾ, ਕੋਈ ਨਾਲ ਹੀ ਨਾ ਚੱਲੇ। ਫਿਰ ਇਸ ਲਈ ਮਹਾਰਾਜ ਕਹਿੰਦੇ ਬਈ ਕੋਈ ਵੀ ਜਿਹੜਾ, ਚਾਹੇ ਕੋਈ ਦੋਸਤ ਮਿੱਤਰ ਹੈ, ਚਾਹੇ ਕੋਈ ਰਿਸ਼ਤੇਦਾਰ ਹੈ, ਉਦੋਂ ਕੋਈ ਵੀ ਫਿਰ ਅੱਗੇ ਨਾਲ ਨਹੀਂ ਜਾਂਦਾ, ਕਿਉਂਕਿ ਕਿਸੇ ਨੂੰ ਪਤਾ ਹੀ ਨਹੀਂ ਲੱਗਦਾ ਵੀ ਗਿਆ ਕਿੱਥੇ। ਇਹ ਜਿਹੜਾ ਸਰੀਰ ਦੇ, ਇਹਦੇ ਕੋਲ ਤਾਂ ਬੈਠ ਜਾਂਦੇ ਚਾਰ ਚੁਫੇਰੇ, ਪਰ ਜਿਹੜਾ ਇਹਦੇ ਅੰਦਰ ਵੱਸਦਾ ਸੀ ਉਹ ਪਤਾ ਹੀ ਨਹੀਂ ਲੱਗਦਾ ਵੀ ਕਿੱਥੇ ਲੈ ਗਏ ਉਹਨੂੰ। ਮਹਾਰਾਜ ਕਹਿੰਦੇ ਫਿਰ ਰੋਂਦੇ ਵੀ ਝੂਠਾ ਹੀ ਨਹੀਂ, ਜਿਹੜਾ ਰੋਦਨ ਕਰਦੇ ਵੀ ਝੂਠਾ ਰੋਦਨ ਕਰਦੇ। ਵੀ ਉਹ ਤਾਂ ਇੱਕ ਛਿੰਨ ਦੇ ਵਿੱਚ ਹੀ ਪਰਾਇਆ ਹੋ ਗਿਆ, ਅਤੇ ਜਮ ਸੀ ਜਿਹੜੇ ਉਹਨਾਂ ਨੂੰ ਕੁੱਟਣਾ ਸ਼ੁਰੂ ਕਰ ਦਿੱਤਾ, ਅਤੇ ਕੁੱਟ ਕੇ ਉਹਨੂੰ ਅੱਗੇ ਲਾ ਲੈਂਦੇ। ਅਤੇ ਉਹ ਕਿਸੇ ਨੂੰ ਭੇਦ ਹੀ ਨਹੀਂ ਆਉਂਦਾ ਵੀ ਲੈ ਕਿੱਥੇ ਗਏ ਹੁਣ। ਵੀ ਜਿਹੜਾ ਇਹਦੇ ਵਿੱਚ ਵੱਸਦਾ ਸੀ, ਜਿਹੜਾ ਪਹਿਲਾਂ ਬੋਲਦਾ, ਜਿਹੜਾ ਗੱਲਾਂ ਕਰਦਾ ਸੀ, ਵੀ ਹੁਣ ਕਿੱਥੇ ਚਲਾ ਗਿਆ, ਕਿੱਥੇ ਲੈ ਗਏ, ਉਹ ਕਿਸੇ ਨੂੰ ਨਾ ਭੇਦ ਆਇਆ। ਮਹਾਰਾਜ ਕਹਿੰਦੇ ਚੌਥੇ ਪਹਿਰੇ ਰੈਣ ਕੇ ਬਣਜਾਰਿਆ ਮਿੱਤਰਾ ਲਾਵੀ ਲੁਣਿਆ ਖੇਤ,
ਜਾਂ ਜਾਂ ਪਕੜ ਚਲਾਇਆ ਬਣ ਜਾ ਰਿਹਾ ਮਿੱਤਰਾ, ਕਿਸੇ ਨਾ ਮਿਲਿਓ ਭੇਤ। ਭੇਤ ਚੇਤ ਹਰ ਕਿਨੇ ਨਾ ਮਿਲਿਓ, ਜਾਂ ਜਾਂ ਪਕੜ ਚਲਾਇਆ। ਝੂਠਾ ਰੁਦਨ ਹੋਆ ਦਿਵਾਲੇ, ਖਿਨਵੇਂ ਭਇਆ ਪਰਾਇਆ। ਬਈ ਇਹ ਜਿਹੜਾ ਰੋਂਦੇ ਰੋਂਦੇ ਵੀ ਝੂਠਾ ਹੀ ਨਹੀਂ। ਸਤਿਗੁਰੂ ਕਹਿੰਦੇ ਇਹਨਾਂ ਨੂੰ ਰੋਣਾ ਵੀ ਨਹੀਂ ਆਉਂਦਾ। ਬਈ ਇਹ ਮੋਇਆਂ ਨੂੰ ਰੋਂਦੇ ਮਰਿਆਂ ਨੂੰ, ਤੇ ਇਹਨਾਂ ਨੂੰ ਪਤਾ ਨਹੀਂ ਵੀ ਰੋਣਾ ਕਿਹਨੂੰ ਆ ਤੇ ਕਿਵੇਂ ਰੋਣਾ। ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਮੋਇਆਂ ਕੋ ਕਿਆ ਰੋਵੋ ਰੋਏ ਨਾ ਜਾਣੋ। ਵੀ ਤੁਸੀਂ ਮਰਿਆਂ ਨੂੰ ਕੀ ਰੋਂਦੇ ਹੋ, ਤੁਹਾਨੂੰ ਰੋਣਾ ਤਾਂ ਆਉਂਦਾ ਹੀ ਨਹੀਂ। ਬਈ ਜੇ ਤੁਸੀਂ ਰੋਣਾ ਹੀ ਹੈ ਤੇ ਫਿਰ ਤੁਸੀਂ ਮਾਲਕ ਦੀ ਸਿਫਤ ਸਲਾਹ ਕਰਕੇ ਉਹਦੀ ਸਿਫਤ ਸਲਾਹ ਦੇ ਵਿੱਚ ਬਰਾਗੀ ਹੋ। ਮਾਲਕ ਦੇ ਵਿਛੋੜੇ ਦੇ ਵਿੱਚ ਬਰਾਗੀ ਹੋਵੋ, ਉਹਦੇ ਵਾਸਤੇ ਬਰਾਗ ਕਰੋ, ਉਹਦੇ ਵਾਸਤੇ ਰੋਵੋ ਵੀ ਅਸੀਂ ਰੱਬ ਤੋਂ ਵਿਛੜੇ ਹੋਏ। ਮਹਾਰਾਜ ਕਹਿੰਦੇ ਮੋਇਆਂ ਕੋ ਕਿਆ ਰੋਵੋ ਰੋਏ ਨਾ ਜਾਣੋ, ਰੋਵੋ ਸੱਚ ਸਲਾਹੇ ਹੁਕਮ ਪਛਾਣ ਹੋ। ਬਈ ਜੇ ਤੁਸੀਂ ਰੋਣਾ ਤੇ ਸਿਫਤ ਸਲਾਹ ਕਰਕੇ ਮਾਲਕ ਦੀ ਸਿਫਤ ਸਲਾਹ ਦੇ ਵਿੱਚ ਬਰਾਗੀ ਹੋ। ਤੁਸੀਂ ਮਾਲਕ ਦੇ ਹੁਕਮ ਨੂੰ ਪਛਾਣੋ, ਉਹਦੇ ਹੁਕਮ ਦੇ ਵਿੱਚ ਆਵੋ। ਹੁਣ ਇੱਧਰ ਸੰਸਾਰ ਦੇ ਵਿੱਚ ਜਿਹੜੇ ਜੀਵ ਰੋਂਦੇ ਉਹ ਤਾਂ ਮਹਾਰਾਜ ਕਹਿੰਦੇ ਵੀ ਝੂਠਾ ਰੁਦਨ ਕਰਦੇ, ਝੂਠਾ ਰੋਂਦੇ, ਝੂਠ ਨੂੰ ਰੋਂਦੇ। ਝੂਠ ਕਿਹਨੂੰ? ਇਹ ਸਰੀਰ ਨੂੰ ਰੋਂਦੇ, ਮਾਇਆ ਨੂੰ ਰੋਂਦੇ। ਕਿਉਂਕਿ ਜਿਹੜਾ ਜਾਣ ਵਾਲਾ ਸੀ ਉਹ ਤਾਂ ਚਲਾ ਗਿਆ। ਜੇ ਉਹਦੇ ਨਾਲ ਪਿਆਰ ਹੋਵੇ ਤੇ ਅਸੀਂ ਉਹਨੂੰ ਲੱਭੀਏ ਬਾਅਦ ਚੋਂ ਵੀ ਗਿਆ ਕਿੱਥੇ। ਜੇ ਸਾਡਾ ਆਤਮਿਕ ਪਿਆਰ ਹੋਵੇ ਫਿਰ ਤਾਂ ਅਸੀਂ ਗੁਰਬਾਣੀ ਗੁਰੂ ਤੋਂ ਪੁੱਛੀਏ ਬਈ ਸਾਡਾ ਸੰਗੀ ਸਾਥੀ ਸੀ, ਅਸੀਂ ਉਹਦੇ ਬਿਨਾਂ ਰਹਿ ਨਹੀਂ ਸਕਦੇ, ਸਾਨੂੰ ਦੱਸੋ ਕਿੱਥੇ ਗਿਆ। ਫਿਰ ਮਹਾਰਾਜ ਸਾਨੂੰ ਦੱਸਦੇ ਵੀ ਉਹ ਕਿੱਥੇ ਗਿਆ। ਜੇ ਅਸੀਂ ਮਿਲਣਾ ਚਾਹੁੰਦੇ ਹਾਂ ਤਾਂ ਉਹ ਕਹਿੰਦੇ ਤੁਸੀਂ ਮਿਲ ਲਓ, ਪਰ ਮਿਲਣ ਵਾਸਤੇ ਸਾਨੂੰ ਸਿਮਰਨ ਕਰਨਾ ਪੈਣਾ, ਸਾਨੂੰ ਜਾਗਣਾ ਪੈਣਾ। ਤੇ ਉਹ ਜੀਵ ਜਾਗਣਾ ਚਾਹੁੰਦਾ ਨਹੀਂ, ਸਿਮਰਨ ਕਰਨਾ ਨਹੀਂ ਚਾਹੁੰਦਾ। ਫਿਰ ਇਸ ਕਰਕੇ ਫਿਰ ਉਹ ਝੂਠਾ ਮੋਠੀ ਦਾ ਹੀ ਰੋਂਦਾ ਹੈ। ਬਈ ਉਹ ਮਾਇਆ ਨੂੰ ਹੀ ਰੋਂਦਾ। ਮਹਾਰਾਜ ਕਹਿੰਦੇ ਝੂਠਾ ਹੀ ਰੋਂਦੇ। ਬਈ ਜੇ ਸਾਡਾ ਆਤਮਿਕ ਪਿਆਰ ਹੋਵੇ ਫਿਰ ਅਸੀਂ ਰੋਣ ਦੀ ਬਜਾਏ ਫਿਰ ਅਸੀਂ ਸਿਮਰਨ ਭਗਤੀ ਕਰੀਏ। ਫਿਰ ਅਸੀਂ ਉਹਨੂੰ ਮਿਲਣ ਵਾਸਤੇ ਮਾਲਕ ਨੂੰ ਪੁੱਛੀਏ ਵੀ ਸਾਡਾ ਸੰਜੋਗੀ ਸੀ ਹੁਣ ਕਿੱਥੇ ਚਲਾ ਗਿਆ। ਤੇ ਮਾਲਕ ਸਾਨੂੰ ਦੱਸ ਦੇਣਗੇ ਵੀ ਆ ਬੈਠ। ਤੇ ਜਦੋਂ ਰਾਤ ਹੁੰਦੀ, ਰਾਤ ਨੂੰ ਤਾਂ ਅਸੀਂ ਸਾਰੇ ਇਕੱਠੇ ਹੁੰਦੇ ਹੀ ਆਪਦੇ ਘਰ ਜਾ ਕੇ ਸੁੰਨ ਮੰਡਲ ਦੇ ਵਿੱਚ। ਉਹਦਾ ਸਿਰਫ ਉਹਨੇ ਕੱਪੜਾ ਹੀ ਲਾਇਆ, ਆਹ ਸਰੀਰ ਉਹ ਜਿਹੜਾ ਦੇ ਅੰਦਰ ਵੱਸਦਾ ਸੀ ਉਹ ਤਾਂ ਮਰਿਆ ਨਹੀਂ। ਜੇ ਤਾਂ ਉਹਨੇ ਭਗਤੀ ਕੀਤੀ ਉਹ ਮਾਲਕ 'ਚ ਲੀਨ ਹੋ ਗਏ ਤੇ ਸਾਨੂੰ ਤਾਂ ਵੀ ਪਤਾ ਲੱਗ ਜਾਏਗਾ ਮਾਲਕ 'ਚ ਸਮਾਈ ਬੈਠੇ। ਜੇ ਉਹਨਾਂ ਨੇ ਨਹੀਂ ਭਗਤੀ ਕੀਤੀ ਤੇ ਫਿਰ ਕੋਈ ਹੋਰ ਕੱਪੜਾ ਹੋਰ ਆਕਾਰ 'ਚ ਭੇਜ ਦਿੱਤਾ ਤੇ ਸਾਨੂੰ ਤਾਂ ਵੀ ਪਤਾ ਲੱਗ ਜਾਏਗਾ ਫਲਾਣੇ ਆਕਾਰ 'ਚ ਚਲੇ ਗਏ। ਫਿਰ ਰੋਣਾ ਕਾਹਦਾ, ਵਰਾਗ ਕਾਹਦਾ। ਤੇ ਇਸ ਵਾਸਤੇ ਫਿਰ ਆਪਾਂ ਨੂੰ ਸੱਚੇ ਪਾਤਸ਼ਾਹ ਕਹਿੰਦੇ ਬਈ ਜਿਹੜੇ ਫਿਰ ਮਰਿਆਂ ਨੂੰ ਰੋਂਦੇ ਮੋਇਆਂ ਨੂੰ, ਵੀ ਉਹਨਾਂ ਨੂੰ ਇਹ ਨਹੀਂ ਭੇਦ ਬਈ ਅਗਲੀ ਉਹਨਾਂ ਨੂੰ ਕੋਈ ਖਬਰ ਨਹੀਂ ਹੈ, ਗਾਂ ਦਾ ਉਹਨਾਂ ਨੇ ਭੇਦ ਨਹੀਂ ਕੋਈ ਲਿਆ। ਗੁਰਬਾਣੀ ਗੁਰੂ ਤੋਂ ਪੁੱਛਿਆ ਨਹੀਂ ਬਈ ਜਿਹਦੇ ਵਾਸਤੇ ਅਸੀਂ ਰੋਂਦੇ ਹਾਂ ਵੀ ਅਸੀਂ ਰੋਈਏ ਤਾਂ ਜੇ ਅਸੀਂ ਇੱਥੇ ਸਦਾ ਬੈਠਾ ਹੀ ਰਹਿਣਾ ਹੋਵੇ। ਵੀ ਸਾਡਾ ਤਾਂ ਆਪ ਪਤਾ ਨਹੀਂ ਕਦੋਂ ਸਮਾਂ ਖਤਮ ਹੋ ਜਾਣਾ ਤੇ ਆਪਾਂ ਵੀ ਇੱਥੋਂ ਉੱਠ ਕੇ ਚਲੇ ਜਾਣਾ। ਮਹਾਰਾਜ ਇਸ ਲਈ ਫਰਮਾਉਂਦੇ ਅਗਲੀ ਕਿਛ ਖਬਰ ਨਾ ਪਾਈ, ਰੋਵਣ ਹਾਰ ਵੀ ਉੱਠ ਸਿਧਾਈ। ਵੀ ਜਿਹੜੇ ਰੋਂਦੇ ਉਹਨਾਂ ਨੂੰ ਇਹ ਨਹੀਂ ਪਤਾ ਵੀ ਅਸੀਂ ਵੀ ਜਾਣਾ। ਵੀ ਅਗਲੀ ਕੋਈ ਖਬਰ ਨਹੀਂ ਉਹਨਾਂ ਨੇ ਲਈ, ਅਗਲਾ ਕੁਛ ਭੇਤ ਨਹੀਂ ਲਿਆ। ਸਗਾ ਤੇ ਚਾਹੀਦਾ ਤਾਂ ਇਹ ਹੈ, ਸਾਨੂੰ ਸਿੱਖਿਆ ਤਾਂ ਇਹ ਲੈਣੀ ਚਾਹੀਦੀ ਵੀ ਜਿਹੜਾ ਜੀਵ ਗਿਆ ਹੈ ਵੀ ਇਹ ਚਲਾ ਗਿਆ ਤੇ ਅਸੀਂ ਕਿਹੜਾ ਇੱਥੇ ਸਦਾ ਬੈਠੇ ਰਹਿਣਾ। ਵੀ ਅਸੀਂ ਵੀ ਜਿਸ ਮਕਸਦ ਵਾਸਤੇ ਆਏ ਹਾਂ ਉਹਨੂੰ ਪੂਰਾ ਕਰ ਲਈਏ, ਵੀ ਕਿਤੇ ਇਹ ਨਾ ਹੋਵੇ ਸਾਡਾ ਸਮਾਂ ਵੀ ਖਤਮ ਹੋ ਜੇ ਤੇ ਸਾਡਾ ਕਾਰਜ ਜਿਹੜਾ ਉਹ ਅਧੂਰਾ ਹੀ ਰਹਿ ਜੇ, ਵੀ ਅਸੀਂ ਪਰਮਾਤਮਾ ਦੇ ਨਾਲ ਮਿਲਾਪ ਹੀ ਨਾ ਕਰੀਏ ਤੇ ਉੱਧਰੋਂ ਸਾਡਾ ਸਮਾਂ ਮੁੱਕ ਜੇ। ਵੀ ਇਸ ਲਈ ਸਿੱਖਿਆ ਤਾਂ ਇਹ ਲੈਣੀ ਵੀ ਉਹ ਗਿਆ ਹੈ ਤੇ ਕੱਲ੍ਹ ਨੂੰ ਅਸੀਂ ਵੀ ਜਾਣਾ ਤੇ ਅਸੀਂ ਆਪਦਾ ਮਕਸਦ ਪੂਰਾ ਕਰ ਲਈਏ।
ਜਾਣ ਤੋਂ ਪਹਿਲਾਂ ਪਹਿਲਾਂ ਜਿਹੜਾ ਸਾਨੂੰ ਕਾਰਜ ਦਿੱਤਾ ਉਹ ਕਾਰਜ ਨੂੰ ਅਸੀਂ ਪੂਰਾ ਕਰ ਲਈਏ। ਮਹਾਰਾਜ ਇਸ ਲਈ ਫਿਰ ਸਾਨੂੰ ਸਮਝਾਉਂਦੇ ਵੀ ਸਾਡਾ ਕਾਰਜ ਜਿਹੜਾ ਉਹ ਸਾਰਿਆਂ ਦਾ ਇੱਕੋ ਹੀ ਹੈ। ਜਿਸ ਮਕਸਦ ਵਾਸਤੇ ਅਸੀਂ ਇੱਥੇ ਆਏ ਹਾਂ ਅਤੇ ਉਹ ਕਾਰਜ ਨੂੰ ਕਹਿੰਦੇ ਤੁਸੀਂ ਛੇਤੀ ਕਰਕੇ ਸਵਾਰ ਲਓ। ਸ਼ੀਘਰ ਕਾਰਜ ਲਿਓ ਸਵਾਰ। ਮਹਾਰਾਜ ਕਹਿੰਦੇ ਵੀ ਛੇਤੀ ਨਾਲ ਆਪਦਾ ਕਾਰਜ ਸਵਾਰ ਲਿਓ, ਕਿਉਂਕਿ ਸਮੇਂ ਦਾ ਪਤਾ ਕੋਈ ਨਹੀਂ ਕਦੋਂ ਖਤਮ ਹੋ ਜਾਣਾ। ਬਈ ਅਸੀਂ ਇੱਕ ਦਮ ਦੇ ਆਦਮੀ ਹਾਂ। ਜੇ ਤਾਂ ਸਾਨੂੰ ਆਹ ਦਮ ਆ ਰਿਹਾ ਅਤੇ ਅਸੀਂ ਆਦਮੀ ਹਾਂ, ਜੇ ਸਾਨੂੰ ਦਮ ਹੀ ਨਾ ਆਇਆ ਤਾਂ ਸਾਡਾ ਖੇਲ ਉਦੋਂ ਹੀ ਖਤਮ ਹੋ ਜਾਣਾ। ਜਿਨ੍ਹਾਂ ਨੂੰ ਅਸੀਂ ਕਹਿੰਦੇ ਸਾਡਾ ਪਰਿਵਾਰ ਹੈ, ਸਾਡਾ ਘਰ-ਬਾਰ ਹੈ, ਸਾਡੇ ਬਿਨਾਂ ਕੰਮ ਨਹੀਂ ਹੁੰਦੇ ਜੀ। ਜੇ ਸਾਨੂੰ ਸਵਾਸ ਹੀ ਨਾ ਆਵੇ ਤਾਂ ਸਭ ਕੰਮ ਚੱਲੀ ਜਾਣੇ, ਆਪਣੇ ਬਿਨਾਂ ਰੁਕਣ ਨਹੀਂ ਲੱਗਿਆ ਕਿਸੇ। ਜਦੋਂ ਆਪਾਂ ਨਹੀਂ ਸੀ ਸੰਸਾਰ 'ਚ ਆਏ ਤਾਂ ਵੀ ਚੱਲਦਾ ਸੀ, ਜਦੋਂ ਆਪਾਂ ਨਹੀਂ ਰਵਾਂਗੇ ਫਿਰ ਵੀ ਚੱਲੀ ਜਾਣਾ, ਕਿਸੇ ਬਿਨਾਂ ਕਿਸੇ ਦਾ ਖੜਦਾ ਨਹੀਂ। ਸਿਰਫ ਥੋੜ੍ਹਾ ਸਮਾਂ ਜੀਵਨ ਨੂੰ ਮਹਿਸੂਸ ਹੁੰਦਾ ਹੈ, ਕਿਉਂਕਿ ਕਰਮ ਦੇ ਨਾਲ ਬੱਝੇ ਹੋਣ ਕਰਕੇ ਸਾਤੋਂ ਸੁੱਖ ਸਹੂਲਤਾਂ ਹੁੰਦੀਆਂ ਨੇ। ਬਈ ਜਿਹੜਾ ਅਸੀਂ ਕਰਮ ਕਰਦੇ ਹਾਂ ਉਹਦੇ ਵਾਸਤੇ ਫਿਰ ਜੀਵ ਰੋਂਦੇ। ਜਦੋਂ ਹੌਲੀ ਹੌਲੀ ਉਹ ਕਰਮ ਚੱਲਣ ਲੱਗ ਜਾਂਦਾ, ਕੋਈ ਹੋਰ ਸੰਭਾਲ ਲੈਂਦਾ ਅਤੇ ਉਹ ਭੁੱਲਦੇ ਭੁੱਲਦੇ ਭੁੱਲ ਜਾਂਦੇ। ਮਹਾਰਾਜ ਇਸ ਲਈ ਫਿਰ ਦੱਸਦੇ ਵੀ ਇਸ ਲੋਕ ਦੇ ਵਿੱਚ ਕਰਮ ਨੂੰ ਜ਼ਿਆਦਾ ਅਹਿਮੀਅਤ ਦਿੱਤੀ ਜਾਂਦੀ, ਕਰਮ ਨੂੰ ਪ੍ਰਧਾਨਗੀ ਦਿੱਤੀ ਜਾਂਦੀ। ਬਈ ਇੱਥੇ ਜੀਵ ਕਰਮ ਕਰਕੇ ਹੀ ਇੱਕ ਦੂਸਰੇ ਨਾਲ ਬੱਝੇ ਹੋਏ ਨੇ ਝੂਠੇ ਬੰਧਨਾਂ ਦੇ ਵਿੱਚ। ਅਤੇ ਤਾਈਓ ਮਹਾਰਾਜ ਕਹਿੰਦੇ ਵੀ ਇਹ ਬੰਧਨ ਓਨਾ ਸਮਾਂ ਹੀ ਅਸੀਂ ਕਰਮ ਕਰਦੇ ਹਾਂ ਵੀ ਜਿੰਨਾ ਸਮਾਂ ਸਾਡੇ ਸਵਾਸ ਚੱਲ ਰਹੇ ਨੇ। ਜਿਹਦੇ ਸਾਡੇ ਸਵਾਸ ਖਤਮ ਹੋ ਗਏ ਸਾਡਾ ਖੇਲ ਉਦੋਂ ਹੀ ਖਤਮ ਹੋ ਜਾਣ। ਅਤੇ ਜਿਨ੍ਹਾਂ ਨੂੰ ਕਹਿੰਦੇ ਆਪਾਂ ਆਪਣੇ ਨੇ ਅਤੇ ਉਹਨਾਂ ਨੇ ਇੱਕ ਰਾਤ ਵੀ ਸਾਨੂੰ ਵੱਧ ਨਹੀਂ ਰੱਖਣਾ ਘਰੇ। ਉਹਨਾਂ ਨੇ ਕਹਿਣਾ ਵੀ ਛੇਤੀ ਕਰਕੇ ਵੀ ਕੰਮ ਨਿਬੇੜੀਏ, ਸੰਸਕਾਰ ਕਰੋ। ਮਹਾਰਾਜ ਇਸ ਲਈ ਫਿਰ ਸਾਨੂੰ ਸਮਝਾਉਂਦੇ, ਹਮ ਆਦਮੀ ਹਾਂ ਇੱਕ ਦਮੀ, ਮੋਹਲਤ ਮੋਹਤ ਨਾ ਜਾਣਾ, ਨਾਨਕ ਬੈਨਵੇ ਤਿਸੇ ਸਰੇਵੋ ਜਾ ਕੇ ਜੀ ਪ੍ਰਾਣਾ। ਬਈ ਅਸੀਂ ਇੱਕ ਦਮ ਦੇ ਜੀਵ ਹਾਂ ਅਤੇ ਜਿਹੜਾ ਸਾਨੂੰ ਪ੍ਰਾਣ ਦੇ ਰਿਹਾ ਮਾਲਕ, ਉਹਦਾ ਸਿਮਰਨ ਕਰੋ, ਉਹਦੇ ਮਾਲਕ ਦੇ ਸਨਮੁਖ ਹੋਵੋ, ਉਹਦੇ ਨਾਲ ਜੁੜੋ ਤਾਂ ਕਿ ਜਦੋਂ ਸਾਡਾ ਸਮਾਂ ਖਤਮ ਹੋਵੇ ਅਤੇ ਸਾਨੂੰ ਮਾਲਕ ਜਿਹੜਾ ਉਹ ਆਪਣੇ ਗਲ ਨਾਲ ਲਾ ਲਵੇ। ਸਾਡਾ ਜਦੋਂ ਸਮਾਂ ਖਤਮ ਹੋਵੇ ਅਸੀਂ ਮਾਲਕ 'ਚ ਸਮਾ ਜਾਈਏ, ਉਹਦੇ ਵਿੱਚ ਲੀਨ ਹੋ ਜਾਈਏ। ਹੁਣ ਤਾਈਓ ਫਿਰ ਆਪਾਂ ਨੂੰ ਸਮਝਾਉਂਦੇ ਵੀ ਆਪਣੀ ਕਦਰ ਸਿਰਫ ਓਨਾ ਸਮੇਂ ਜਿੰਨਾ ਸਮਾਂ ਸਵਾਸ ਚੱਲਦੇ ਨੇ। ਮਹਾਰਾਜ ਉਦਾਹਰਨ ਦੇ ਕੇ ਸਮਝਾਉਂਦੇ ਵੀ ਜਿਵੇਂ ਇੱਕ ਮਿੱਟੀ ਦਾ ਦੀਵਾ ਹੈ, ਉਹਦੀ ਕਦਰ ਓਨਾ ਸਮਾਂ ਜਿੰਨਾ ਸਮਾਂ ਉਹਦੇ ਵਿੱਚ ਤੇਲ ਹੈ ਅਤੇ ਬੱਤੀ ਹੈ ਅਤੇ ਉਹ ਚਾਨਣ ਕਰਦਾ। ਜਦੋਂ ਤੇਲ ਮੁੱਕ ਜਾਂਦਾ, ਬੱਤੀ ਸੁੱਕ ਜਾਂਦੀ ਅਤੇ ਉਹ ਮਿੱਟੀ ਦੇ ਦੀਵੇ ਦੀ ਕੋਈ ਸੰਭਾਲ ਨਹੀਂ ਕਰਦਾ, ਉਹਨੂੰ ਚੱਕ ਕੇ ਬਾਹਰ ਸੁੱਟ ਦਿੰਦੇ। ਔਰ ਇਸੇ ਤਰ੍ਹਾਂ ਹੀ ਇਹ ਜਿਹੜਾ ਸਾਡਾ ਸਰੀਰ ਦੇ, ਇਹਨੂੰ ਮਿੱਟੀ ਦਾ ਦੀਵਾ ਆਖੀਏ। ਜਿਹੜਾ ਇਹਦੇ ਵਿੱਚ ਨਾਮ ਹੈ ਉਹ ਬੱਤੀ ਰੂਪ ਹੈ, ਸਾਡੇ ਅੰਦਰ ਪ੍ਰਕਾਸ਼। ਜਿਹੜੇ ਸਵਾਸ ਨੇ ਪਾਉਣ ਸਾਨੂੰ ਦਿੱਤੀ ਜਾ ਰਹੀ ਹੈ ਤੇਲ ਹੈ। ਜਦੋਂ ਇਹ ਪਾਉਣ ਦਿੱਤੀ ਹੋਈ ਸਾਡੀ ਖਤਮ ਹੋ ਗਈ, ਤੇਲ ਮੁੱਕ ਗਿਆ, ਬੱਤੀ ਸੀ ਜਿਹੜੀ ਉਹ ਰੁਕ ਗਈ, ਅਤੇ ਇਹ ਜਿਹੜਾ ਦੀਵਾ ਸਰੀਰ ਇਹਦੀ ਕਿਸੇ ਨੇ ਸੰਭਾਲ ਨਹੀਂ ਕਰਨੀ। ਇਹਨੂੰ ਕਿਸੇ ਨੇ ਨਹੀਂ ਘਰੇ ਬਹੁਤਾ ਸਮਾਂ ਰੱਖਣਾ, ਜਾ ਕੇ ਕੋਈ ਸੰਸਕਾਰ ਕਰ ਦਿੰਦਾ, ਕੋਈ ਮਿੱਟੀ 'ਚ ਦੱਬਿਆ ਆਉਂਦਾ, ਕੋਈ ਪਾਣੀ 'ਚ ਰੋੜ ਦਿੰਦਾ। ਜਾਣੀ ਦੀ ਫਿਰ ਇਹਨੂੰ ਸਾਂਭ ਕੇ ਕੋਈ ਰੱਖਦਾ ਨਹੀਂ। ਮਹਾਰਾਜ ਇਸ ਲਈ ਫਿਰ ਆਪਾਂ ਨੂੰ ਸਮਝਾਉਂਦੇ ਵੀ ਇਹਦੀ ਕਦਰ ਓਨਾ ਸਮੇਂ ਜਿੰਨਾ ਸਮਾਂ ਸਵਾਸ ਚੱਲ ਰਹੇ ਨੇ। ਫਰਮਾਉਂਦੇ ਨੇ, ਜਬ ਲਗ ਤੇਲ ਦੀਵੇ ਮੁਖ ਬਾਤੀ, ਤਬ ਸੂਝੇ ਸਭ ਕੋਈ। ਤੇਲ ਜਲੇ ਬਾਤੀ ਠਹਿਰਾਨੀ, ਸੋਨਾ ਮੰਦਰ ਹੋਈ। ਰੇ ਬੌਰੇ ਤੋਹਿ ਘਰੀ ਨਾ ਰਾਖੇ ਕੋਈ, ਤੂੰ ਰਾਮ ਨਾਮ ਜਪ
ਸੋਈ। ਮਹਾਰਾਜ ਕਹਿੰਦੇ ਵੀ ਇੱਕ ਘੜੀ ਵੀ ਤੁਹਾਨੂੰ ਕਿਸੇ ਨੇ ਜ਼ਿਆਦਾ ਨਹੀਂ ਰੱਖਣਾ, ਬਈ ਹੁਣ ਤੁਸੀਂ ਪਰਮਾਤਮਾ ਦਾ ਨਾਮ ਜਪੋ, ਤੁਸੀਂ ਭਗਤੀ ਕਰੋ। ਸੋ ਇਸ ਵਾਸਤੇ ਫਿਰ ਆਪਾਂ ਨੂੰ ਕਹਿੰਦੇ ਬਈ ਇਹ ਜਿਹੜਾ ਸਰੀਰ ਇਹ ਨਾਸਵਾਨ ਮਿਥਿਆ ਹੋਇਆ, ਇਹਨੇ ਢਹਿ ਢੇਰੀ ਹੋ ਜਾਣਾ, ਅਤੇ ਇਹਦੇ ਵਿੱਚ ਜਿਹੜੀ ਵਡਿਆਈ ਹੈ ਉਹ ਨਾਮ ਦੀ ਹੈ, ਜਿਹਦੇ ਆਸਰੇ ਚੱਲਦਾ ਫਿਰਦਾ। ਇਹ ਆਪਾਂ ਨੂੰ ਕਹਿੰਦੇ ਵੀ ਜੇ ਅਸੀਂ ਉਹ ਨਾਮ ਦੇ ਨਾਲ ਜੁੜ ਜਾਵਾਂਗੇ ਇਹ ਆਪ ਸਦਾ ਵਾਸਤੇ ਜੀਵਨ ਮੁਕਤ ਹੋ ਜਾਵਾਂਗੇ, ਸਦਾ ਲਈ ਅਸੀਂ ਅਮਰ ਹੋ ਜਾਵਾਂਗੇ। ਜੇ ਅਸੀਂ ਨਾਮ 'ਚ ਸਮਾ ਜਾਵਾਂਗੇ ਸਾਡਾ ਜਿਹੜਾ ਜਨਮ ਮਰਨ ਹੈ ਉਹ ਖੰਡਨ ਹੋ ਜਾਏਗਾ ਅਤੇ ਆਪਾਂ ਨੂੰ ਅਮਰ ਪਦ ਮਿਲ ਜਾਏਗੀ। ਮਹਾਰਾਜ ਤਾਈਓ ਫਰਮਾਉਂਦੇ ਹਰ ਜਨ ਹਰ ਹਰ ਨਾਮ ਸਮਾਣੇ, ਦੁੱਖ ਜਨਮ ਮਰਨ ਭਵ ਖੰਡਾ ਹੈ, ਅਵਿਨਾਸੀ ਪੁਰਖ ਪਾਇਆ ਪਰਮੇਸ਼ਰ ਬਹੁ ਸੋਭ ਖੰਡ ਬ੍ਰਹਿਮੰਡਾ ਹੈ। ਵੀ ਜਦੋਂ ਅਸੀਂ ਨਾਮ 'ਚ ਸਮਾ ਜਾਵਾਂਗੇ ਸਾਡਾ ਜਨਮ ਮਰਨ ਖੰਡਨ ਹੋ ਜਾਏਗਾ। ਜੇ ਹੁਣ ਅਸੀਂ ਨਾਮ 'ਚ ਨਹੀਂ ਸਮਾਉਂਦੇ, ਨਹੀਂ ਨਾਮ ਦੇ ਨਾਲ ਜੁੜਦੇ, ਨਹੀਂ ਨਾਮ ਨੂੰ ਬੁੱਝਦੇ, ਫਿਰ ਅਸੀਂ ਜੀਵਨ ਮੁਕਤ ਨਹੀਂ ਹੋ ਸਕਦੇ। ਬਾਹਰੀ ਅਸੀਂ ਜੋ ਮਰਜ਼ੀ ਕਰੀ ਚੱਲੀਏ। ਮਹਾਰਾਜ ਤਾਈਓ ਸਾਨੂੰ ਸਪਸ਼ਟ ਸਮਝਾਉਂਦੇ ਬਿਨ ਨਾਮੇ ਮੁਕਤ ਨਾ ਪਾਵੇ ਕੋਈ, ਬਈ ਨਾਮ ਤੋਂ ਬਿਨਾਂ ਕੋਈ ਵੀ ਜੀਵ ਮੁਕਤ ਨਹੀਂ ਹੋ ਸਕਦਾ। ਜੇ ਅਸੀਂ ਬਾਹਰੀ ਪਹਿਰਾਵਾ ਵੀ ਕਰ ਲਿਆ ਗੁਰਮੁਖਾਂ ਵਾਲਾ, ਸੰਸਾਰ ਦੇ ਵਿੱਚ ਜੀਵ ਆਪਣਾ ਸਤਿਕਾਰ ਵੀ ਕਰਨ ਵੀ ਇਹ ਬੜਾ ਗੁਰਮੁਖ ਨੇ ਜੀ, ਸਾਬਤ ਸੂਰਤ ਨੇ, ਇਹਨਾਂ ਦਾ ਪਹਿਰਾਵਾ ਬੜਾ ਸੋਹਣਾ, ਪਰ ਮਾਲਕ ਇਕੱਲਾ ਬਾਹਰੀ ਪਹਿਰਾਵੇ ਦੇ ਨਾਲ ਨਹੀਂ ਭੇਜਦਾ। ਜੇ ਅਸੀਂ ਅੰਦਰੋਂ ਨਾਮ ਦੇ ਨਾਲ ਨਹੀਂ ਜੁੜੇ ਫਿਰ ਸਾਨੂੰ ਗੁਰਮੁਖ ਕਹਿ ਕੇ ਸਮਝਾ ਦਿੱਤਾ ਵੀ ਤੁਸੀਂ ਆਪਦੇ ਆਪ ਨੂੰ ਜੀਵਨ ਮੁਕਤ ਨਾ ਸਮਝੋ, ਤੁਸੀਂ ਵਾਪਸ ਫਿਰ ਜੂਨਾਂ 'ਚ ਚਲੇ ਜਾਓਗੇ। ਮਹਾਰਾਜ ਫਰਮਾਉਂਦੇ ਜਿਨ ਗੁਰਮੁਖ ਨਾਮ ਨਾ ਬੂਝਿਆ ਮਰ ਜਨਮੇ ਆਵੇ ਜਾਏ, ਬਈ ਜਿਨ੍ਹਾਂ ਗੁਰਮੁਖਾਂ ਨੇ ਨਾਮ ਨੂੰ ਨਹੀਂ ਬੁੱਝਿਆ ਉਹ ਜਨਮ ਮਰਨ 'ਚ ਨੇ, ਉਹ ਫਿਰ ਜੂਨਾਂ 'ਚ ਜਾਣਗੇ ਵਾਪਸ। ਸੋ ਤਾਂ ਫਿਰ ਆਪਾਂ ਨੂੰ ਕਹਿੰਦੇ ਵੀ ਜੇ ਅਸੀਂ ਸਾਬਤ ਸੂਰਤ ਹੋ ਕੇ ਵੀ ਆਪਦੇ ਆਪ ਨੂੰ ਗੁਰਮੁਖ ਅਖਵਾ ਕੇ ਵੀ ਜੇ ਅਸੀਂ ਸ਼ਬਦ ਗੁਰੂ ਦੇ ਨਾਲ ਜੁੜੇ ਹੀ ਨਾ, ਜੇ ਅਸੀਂ ਨਾਮ ਦੇ ਨਾਲ ਅੰਦਰੋਂ ਜੁੜੇ ਨਾ, ਸ਼ਬਦ ਗੁਰੂ ਦੀ ਸੇਵਾ ਨਹੀਂ ਕੀਤੀ, ਫਿਰ ਮਹਾਰਾਜ ਕਹਿੰਦੇ ਵੀ ਇਹ ਸੰਸਾਰ ਵਿੱਚ ਆਏ ਕੀ ਕਰਨ ਵਾਸਤੇ? ਇਹਨਾਂ ਨੇ ਨਾਮ ਤੋਂ ਬਿਨਾਂ ਤਾਂ ਆਪਦਾ ਜੀਵਨ ਸਾਰਾ ਹੀ ਵਿਅਰਥ ਖਰਾਬ ਕਰ ਲਿਆ। ਫਰਮਾਉਂਦੇ ਨੇ ਜਿਨ ਹਰ ਕਾ ਨਾਮ ਨ ਗੁਰਮੁਖ ਜਾਤਾ ਸੇ ਜਗ ਮੇ ਕਾਹੇ ਆਇਆ, ਗੁਰ ਕੀ ਸੇਵਾ ਕਦੇ ਨਾ ਕੀਨੀ ਵਿਅਰਥਾ ਜਨਮ ਗਵਾਇਆ। ਮਹਾਰਾਜ ਕਹਿੰਦੇ ਜਿਨ੍ਹਾਂ ਨੇ ਪਰਮਾਤਮਾ ਦੇ ਨਾਮ ਨੂੰ ਨਹੀਂ ਜਾਣਿਆ ਉਹ ਸੰਸਾਰ 'ਚ ਲੈਣ ਕੀ ਆਏ ਨੇ। ਬਈ ਸੰਸਾਰ ਦੇ ਵਿੱਚ ਸਾਨੂੰ ਆਉਣ ਦਾ ਲਾਭ ਤਾਂ ਇਹੀ ਸੀ ਮਾਨਸ ਜਾਮੇ ਦਾ ਵੀ ਅਸੀਂ ਨਾਮ ਨੂੰ ਬੁੱਝਦੇ ਅਤੇ ਨਾਮ 'ਚ ਸਮਾਉਂਦੇ। ਮਹਾਰਾਜ ਕਹਿੰਦੇ ਮਾਨਸ ਜਾਮਾ ਜਿਹੜਾ ਦੁਰਲੰਭ ਹੈ, ਬਈ ਬੜਾ ਔਖਾ ਮਿਲਦਾ, ਵਾਰ-ਵਾਰ ਮਿਲਦਾ ਨਹੀਂ। ਜੇ ਨਾਮ ਦੇ ਨਾਲ ਨਹੀਂ ਜੁੜੇ ਤਾਂ ਸਭ ਵਿਅਰਥ ਚਲਾ ਜਾਂਦਾ। ਇਹੋ ਮਾਨਕ ਜਨਮ ਦੁਰਲੰਭ ਹੈ, ਨਾਮ ਬਿਨਾਂ ਬਿਰਥਾ ਸਭ ਜਾਈ। ਬਈ ਨਾਮ ਤੋਂ ਬਿਨਾਂ ਤਾਂ ਇਹ ਸਾਰਾ ਹੀ ਵਿਅਰਥ ਚਲਾ ਜਾਂਦਾ। ਸੋ ਇਸ ਵਾਸਤੇ ਫਿਰ ਆਪਾਂ ਨੂੰ ਸਮਝਾਉਂਦੇ ਸੱਚੇ ਪਾਤਸ਼ਾਹ ਬਈ ਜਿਹੜੇ ਫਿਰ ਭਗਤੀ ਤੋਂ ਹੀਣੇ, ਜਿਹੜੇ ਨਾਮ ਦੇ ਨਾਲ ਨਹੀਂ ਜੁੜੇ, ਫਿਰ ਉਹਨਾਂ ਨੂੰ ਕਹਿੰਦੇ ਵੀ ਸੰਸਾਰ 'ਚ ਕੀ ਲੈਣ ਵਾਸਤੇ ਆਏ? ਇਹਨਾਂ ਨੇ ਭਗਤੀ ਤੋਂ ਬਿਨਾਂ ਤਾਂ ਆਪਦਾ ਜੀਵਨ ਸੀ ਜਿਹੜਾ ਉਹ ਸਾਰਾ ਵਿਅਰਥ ਹੀ ਬਰਬਾਦ ਕਰ ਲਿਆ। ਮਹਾਰਾਜ ਫਰਮਾਉਂਦੇ ਭਾਈ ਰੇ ਭਗਤ ਹੀਣ ਕਾਹੀ ਜਗ ਆਇਆ, ਪੂਰੇ ਗੁਰ ਕੀ ਸੇਵਾ ਨਾ ਕੀਨੀ ਵਿਅਰਥਾ ਜਨਮ ਗਵਾਇਆ। ਬਈ ਇਹ ਸੰਸਾਰ 'ਚ ਲੈਣ ਕੀ ਵਾਸਤੇ ਆਏ? ਬਈ ਜੋ ਪੂਰਾ ਗੁਰੂ ਸੀ ਉਹਦੀ ਕਦੇ ਸੇਵਾ ਨਹੀਂ ਕੀਤੀ। ਪੂਰੇ ਗੁਰੂ ਦੀ ਸੇਵਾ ਹੁੰਦੀ ਸੁਣ ਸੁਣ ਕੇ, ਸ਼ਬਦ ਗੁਰੂ ਦੀ ਜਿਹੜੀ ਸੇਵਾ ਨਾਮ ਦੀ ਉਹ ਸੁਣ ਸੁਣ ਕੇ ਕੀਤੀ ਜਾਂਦੀ। ਪਰਮਾਤਮਾ ਆਪਣੇ ਅੰਦਰ ਬੋਲ ਰਹੇ ਅਤੇ ਅਸੀਂ ਉਹਨੂੰ ਸੁਣਨਾ। ਇਹ ਸੇਵਾ ਹੈ, ਇਹ ਭਗਤੀ ਹੈ, ਗੁਰ ਸੇਵਾ ਗੁਰ ਭਗਤ ਹੈ।
ਵੀ ਗੁਰੂ ਦੀ ਸੇਵਾ ਹੀ ਇਹ ਭਗਤੀ ਹੈ, ਅਤੇ ਸੇਵਾ ਹੁੰਦੀ ਸੁਣ ਸੁਣ ਕੇ। ਇਸੇ ਨਾਮ ਨੂੰ ਸ਼ਬਦ ਗੁਰੂ ਨੇ ਹੀ ਹੁਕਮ ਆਖੀ। ਜਦੋਂ ਅਸੀਂ ਹੁਕਮ ਨੂੰ ਬੁੱਝ ਲੈਂਦੇ ਉਦੋਂ ਕਹਿੰਦੇ ਵੀ ਇਹ ਸੇਵਕ ਨੇ, ਵੀ ਇਹਨਾਂ ਨੂੰ ਹੁਣ ਸੇਵਾ ਬਣ ਆਈ ਹੈ। ਹੁਣ ਇਹਨਾਂ ਨੇ ਹੁਕਮ ਨੂੰ ਬੁੱਝ ਲਿਆ ਅਤੇ ਹੁਣ ਇਹ ਨਾਮ ਦੀ ਸੇਵਾ ਕਰਕੇ ਹੁਣ ਇਹ ਪਰਮ ਪਦਵੀ ਨੂੰ ਪ੍ਰਾਪਤ ਹੋ ਜਾਣਗੇ। ਹੁਣ ਇਹ ਸਦਾ ਲਈ ਅਮਰ ਹੋ ਜਾਣਗੇ। ਇਹਨਾਂ ਦਾ ਜਨਮ ਮਰਨ ਜਿਹੜਾ ਉਹ ਖੰਡਨ ਹੋ ਜਾਏਗਾ। ਮਹਾਰਾਜ ਫਰਮਾਉਂਦੇ, ਸੇਵਕ ਕੋ ਸੇਵਾ ਬਣਾਈ, ਹੁਕਮ ਬੂਝ ਪਰਮ ਪਦ ਪਾਈ। ਬਈ ਸੇਵਕ ਕਦੋਂ ਬਣਦਾ, ਕਦੋਂ ਸਾਨੂੰ ਸੇਵਾ ਬਣ ਆਉਂਦੀ? ਜਦੋਂ ਅਸੀਂ ਹੁਕਮ ਨੂੰ ਬੁੱਝ ਲੈਂਦੇ, ਜਦੋਂ ਅਸੀਂ ਹੁਕਮ ਨੂੰ ਸੁਣਦੇ ਹਾਂ, ਹੁਕਮ ਦੇ ਵਿੱਚ ਆ ਗਏ ਅਤੇ ਕਹਿੰਦੇ ਸੇਵਕ ਬਣ ਗਏ। ਜੇ ਹੁਣ ਅਸੀਂ ਹੁਕਮ ਤੋਂ ਵਾਕੀ ਹਾਂ, ਹੁਕਮ ਨੂੰ ਬੁੱਝਿਆ ਹੀ ਨਹੀਂ, ਫਿਰ ਅਸੀਂ ਉਹਦਾ ਕਹੀ ਜਾਈਏ ਅਸੀਂ ਸੇਵਕ ਹਾਂ। ਅਤੇ ਸੇਵਕ ਹੈ ਕਿਹਦੇ? ਇਹਦੀ ਸੇਵਾ ਕਰਦੇ। ਮਹਾਰਾਜ ਇਸ ਲਈ ਫਿਰ ਸਾਨੂੰ ਕਹਿੰਦੇ ਵੀ ਜੇ ਤੁਸੀਂ ਸੇਵਾ ਕਰਨੀ ਤਾਂ ਇੱਕ ਦੀ ਕਰੋ, ਪਰਮਾਤਮਾ ਦੀ। ਦੂਜੀ ਸੇਵਾ ਕਰੋਗੇ ਤਾਂ ਜਨਮ ਤੁਹਾਡਾ ਵਿਅਰਥ ਚਲਾ ਜਾਏਗਾ। ਜੇ ਇੱਕ ਦੀ ਵਾਹਿਗੁਰੂ ਦੀ ਸੇਵਾ ਕਰਾਂਗੇ ਤਾਂ ਸਾਨੂੰ ਮਨ ਚਿੰਦੇ ਫਾਲੇ ਜਿਹੜਾ ਉਹਦੀ ਪ੍ਰਾਪਤੀ ਹੋਏਗੀ, ਸਾਨੂੰ ਅਮਰ ਪਦਵੀ ਮਿਲ ਜਾਏਗੀ। ਮਹਾਰਾਜ ਫਰਮਾਉਂਦੇ, ਹਰ ਕੀ ਤੁਮ ਸੇਵਾ ਕਰੋ, ਦੂਜੀ ਸੇਵਾ ਕਰੋ ਨਾ ਕੋਈ ਜੀ। ਹਰ ਕੀ ਸੇਵਾ ਤੇ ਮਨ ਚਿੰਦਿਆ ਫਲ ਪਾਈਏ, ਦੂਜੀ ਸੇਵਾ ਜਨਮ ਬਿਰਥਾ ਜਾਏ ਜੀ। ਬਈ ਦੂਜੀ ਕੀਤੀ ਹੋਈ ਸੇਵਾ ਸਾਡਾ ਜੀਵਨ ਵਿਅਰਥ ਚਲਾ ਜਾਂਦਾ। ਇਸ ਲਈ ਫਿਰ ਆਪਾਂ ਨੂੰ ਸਮਝਾਉਂਦੇ ਬਈ ਸੇਵਕ ਅਸੀਂ ਬਣਨਾ ਅਤੇ ਸੇਵਕ ਬਣਨਾ ਮੰਨੇ। ਮੰਨੇ ਸੇਵਾ ਕਰਨੀ ਸ਼ਬਦ ਗੁਰੂ ਦੀ, ਨਾਮ ਦੀ, ਅਕਾਲ ਪੁਰਖ ਪਰਮੇਸ਼ਰ ਦੀ। ਅਸੀਂ ਸੇਵਾ ਕਰਨੀ ਸੰਤਾਂ ਦੀ, ਅਤੇ ਸੰਤਾਂ ਦੀ ਸੇਵਾ ਹੁੰਦੀ ਸਿਮਰਨ ਕਰਨਾ, ਪਰਮਾਤਮਾ ਦਾ ਨਾਮ ਧਿਆਉਣਾ। ਮਹਾਰਾਜ ਕਹਿੰਦੇ ਹੁਣ ਵੇਲਾ, ਹੁਣ ਮੌਕਾ ਸਾਡੇ ਕੋਲ ਟਹਿਲ ਕਰਨ ਦਾ, ਸੇਵਾ ਕਰਨ ਦਾ। ਇਉਂ ਸਾਨੂੰ ਰੋਜ਼ ਸਮਝਾਉਂਦੇ, ਕਰੂੰ ਬੇਨਤੀ ਸੁਣੋ ਮੇਰੇ ਮੀਤਾ, ਸੰਤ ਟਹਿਲ ਕੀ ਵੇਲਾ, ਇਹਾਂ ਘਾਟ ਚਲੋ ਹਰ ਲਾਹਾ, ਅੱਗੇ ਵਸਣ ਸਹੇਲਾ। ਬਈ ਹੁਣ ਸਾਡੇ ਕੋਲ ਮੌਕਾ, ਹੁਣ ਸਾਡੇ ਕੋਲ ਵੇਲਾ ਹੈ ਸੰਤਾਂ ਦੀ ਟਹਿਲ ਕਮਾਉਣ ਦਾ। ਹੁਣ ਅਸੀਂ ਸੰਤਾਂ ਦੀ ਸੇਵਾ ਕਰ ਸਕਦੇ, ਹੁਣ ਅਸੀਂ ਸ਼ਬਦ ਗੁਰੂ ਦੀ, ਨਾਮ ਦੀ ਸੇਵਾ ਕਰ ਸਕਦੇ, ਹੁਣ ਅਸੀਂ ਸਤਿਗੁਰੂ ਵਾਹਿਗੁਰੂ ਦੀ ਸੇਵਾ ਕਰ ਸਕਦੇ। ਹੁਣ ਇਹ ਸੇਵਾ ਦਾ ਭੇਤ ਸਾਨੂੰ ਸੰਤਾਂ ਨੇ ਦੇਣਾ ਵੀ ਕਿਵੇਂ ਸੰਤਾਂ ਦੀ ਸੇਵਾ ਕਰਨੀ, ਕਿਵੇਂ ਸ਼ਬਦ ਗੁਰੂ ਦੀ ਸੇਵਾ ਕਰਨੀ, ਅਤੇ ਕਿਵੇਂ ਸਤਿਗੁਰੂ ਦੀ ਸੇਵਾ ਕਰਨੀ। ਉਹਦੇ ਵਾਸਤੇ ਪਹਿਲਾਂ ਸਾਨੂੰ ਸੰਤਾਂ ਦੀ ਸੇਵਾ ਕਰਨੀ ਪੈਂਦੀ। ਅਤੇ ਸੰਤਾਂ ਦੀ ਸੇਵਾ ਕੀ ਹੁੰਦੀ? ਸੰਤਾਂ ਦੀ ਸੇਵਾ ਹੁੰਦੀ ਉਹਨਾਂ ਦਾ ਬਚਨ ਮੰਨਣਾ। ਉਹ ਸਾਨੂੰ ਕਹਿੰਦੇ ਸਿਮਰਨ ਕਰੋ, ਅਸੀਂ ਸਿਮਰਨ ਕਰਾਂਗੇ ਸੰਤਾਂ ਦੀ ਸੇਵਾ। ਮਹਾਰਾਜ ਫਰਮਾਉਂਦੇ, ਸੰਤ ਕੀ ਸੇਵਾ ਨਾਮ ਤੇ ਆਈਏ। ਆਓ ਹੁਣ ਕਿਵੇਂ ਅਸੀਂ ਸੰਤਾਂ ਦੀ ਸੇਵਾ ਕਰਨੀ, ਉਹਦੇ ਵਾਸਤੇ ਆਪਾਂ ਨੂੰ ਕਹਿੰਦੇ ਵੀ ਸਿਮਰਨ ਕਰੋ। ਆਓ ਆਪਾਂ ਸਾਰੇ ਮਿਲ ਕੇ ਜੋ ਗੁਰਬਾਣੀ ਗੁਰੂ ਸਾਨੂੰ ਸਮਝਾਉਂਦੇ, ਜੋ ਸਾਨੂੰ ਸੰਤ ਜਨ ਸਮਝਾਉਂਦੇ ਗੁਰਬਾਣੀ 'ਚ, ਉਹਨਾਂ ਦੀ ਆਪਾਂ ਸਾਰਿਆਂ ਨੇ ਮਿਲ ਕੇ ਸੇਵਾ ਕਰਨੀ, ਤਾਂ ਕਿ ਸਾਨੂੰ ਸੇਵਾ ਕਰਨ ਦੀ ਜਾਚ ਆ ਜੇ, ਸਾਨੂੰ ਪਤਾ ਲੱਗ ਜੇ ਵੀ ਸੇਵਾ ਕੀ ਹੈ। ਆਓ ਜੋ ਸਾਨੂੰ ਸਾਸ ਗਿਰਾਸ ਮਹਾਰਾਜ ਸਿਮਰਨ ਦੱਸਦੇ ਨੇ, ਆਓ ਸਾਰੇ ਗੁਰਮੁਖ ਪਿਆਰੇ ਕਰੋ ਜੀ ਸ਼ੁਰੂ। ਵਾਹਿਗੁਰੂ 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 ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇਸ ਤਰੀਕੇ ਨਾਲ ਗੁਰਮੁਖ ਪਿਆਰਿਓ ਜਦੋਂ ਇਹ ਆਪਸ ਸਿਮਰਨ ਕਰਦੇ ਆ ਇਹਨੂੰ ਕਹਿੰਦੇ ਸੰਤਾਂ ਦੀ ਟਹਿਲ, ਸੰਤਾਂ ਦੀ ਸੇਵਾ। ਜਦੋਂ ਅਸੀਂ ਇਹ ਸੰਤਾਂ ਦੀ ਸੇਵਾ ਕਰਦੇ ਸਾਡੇ 'ਤੇ ਉਹਨਾਂ ਨੂੰ ਪ੍ਰਤੀਤ ਆ ਜਾਂਦੀ, ਭਰੋਸਾ ਆ ਜਾਂਦਾ। ਫਿਰ ਉਹ ਸਾਨੂੰ ਅੰਦਰ ਜੋ ਸਾਡੇ ਅਨਹਦ ਬਾਣੀ ਹੈ ਉਹਦੀ ਕੁੰਜੀ ਸੰਤਾਂ ਕੋਲ ਹੁੰਦੀ, ਫਿਰ ਉਹ ਕੁੰਜੀ ਲਾ ਦਿੰਦੇ ਅਤੇ ਸਾਡੇ ਅੰਦਰ ਅਨਹਦ ਬਾਣੀ ਪ੍ਰਗਟ ਹੋ ਜਾਂਦੀ। ਮਹਾਰਾਜ ਫਰਮਾਉਂਦੇ ਅਨਹਦ ਬਾਣੀ ਪੂੰਜੀ ਸੰਤਨ ਹੱਥ ਰਾਖੀ ਕੁੰਜੀ। ਫਿਰ ਉਹ ਸੰਤ ਕੁੰਜੀ ਲਾ ਦਿੰਦੇ, ਫਿਰ ਉਹ ਅਨਹਦ ਬਾਣੀ ਨੂੰ ਆਪਾਂ ਸੁਣਦੇ ਹਾਂ। ਫਿਰ ਅੱਗੇ ਸ਼ਬਦ ਗੁਰੂ ਪ੍ਰਗਟ ਹੁੰਦਾ, ਫਿਰ ਉਹ ਸ਼ਬਦ ਗੁਰੂ ਦੀ ਆਪਾਂ ਸੇਵਾ ਕਰਦੇ ਹਾਂ। ਫਿਰ ਅੱਗੇ ਉਹ ਸ਼ਬਦ ਗੁਰੂ ਸਾਨੂੰ ਸੱਚ ਤੱਕ ਲੈ ਜਾਂਦਾ, ਪ੍ਰਕਾਸ਼ ਤੱਕ, ਅਤੇ ਫਿਰ ਅਸੀਂ ਉਹ ਸਤਿਗੁਰ ਦੀ ਸੇਵਾ ਕਰਦੇ ਹਾਂ।
ਫਿਰ ਆਪਾਂ ਨੂੰ ਅੱਗੇ ਦੀ ਅੱਗੇ ਮਹਾਰਾਜ ਦੱਸੀ ਜਾਂਦੇ ਵੀ ਜਿਉਂ-ਜਿਉਂ ਅਸੀਂ ਇਸ ਮਾਰਗ ਦੇ ਉੱਤੇ ਚੱਲਾਂਗੇ ਤੇ ਆਉਂਦੇ ਫਿਰ ਅਸੀਂ ਕਿਵੇਂ ਗੁਰੂ ਦੀ ਸੇਵਾ ਕਰਨੀ, ਕਿਵੇਂ ਸਤਿਗੁਰ ਦੀ ਸੇਵਾ ਕਰਨੀ। ਫਿਰ ਇਸ ਲਈ ਆਪਾਂ ਨੂੰ ਸਮਝਾਉਂਦੇ, ਜੇ ਅਸੀਂ ਪਰਮਾਤਮਾ ਦੀ ਸੇਵਾ ਕਰਾਂਗੇ, ਉਹਦੇ ਨਾਲ ਜੁੜਾਂਗੇ, ਜੇ ਅਸੀਂ ਨਾਮ ਦੇ ਨਾਲ ਜੁੜਾਂਗੇ, ਫਿਰ ਅਸੀਂ ਜਦੋਂ ਮਾਲਕ 'ਤੇ ਟੇਕ ਰੱਖਾਂਗੇ ਤੇ ਅਸੀਂ ਜਮਾਂ ਦੇ ਮਾਰਗ 'ਤੇ ਨਹੀਂ ਜਾਵਾਂਗੇ। ਮਾਲਕ ਨੇ ਸਾਨੂੰ ਇੱਥੇ ਵੀ ਸੁੱਖ ਦੇਣਾ, ਇੱਥੇ ਵੀ ਸਾਨੂੰ ਇਕੱਲਿਆਂ ਨਹੀਂ ਛੱਡਣਾ। ਜਦੋਂ ਅਸੀਂ ਦੇਹ ਛੱਡਾਂਗੇ, ਉਹਨੇ ਉੱਥੇ ਵੀ ਨਹੀਂ ਸਾਨੂੰ ਇਕੱਲਿਆਂ ਨੂੰ ਛੱਡਣਾ। ਜੇ ਅਸੀਂ ਮਾਲਕ ਨੂੰ ਛੱਡ ਕੇ ਹੋਰਾਂ 'ਤੇ ਟੇਕ ਰੱਖੀ ਤੇ ਇਹਨਾਂ ਨੇ ਸਾਡਾ ਸਾਥ ਨਹੀਂ ਦੇਣਾ। ਮਹਾਰਾਜ ਇਸੇ ਵਾਸਤੇ ਜੀ ਫਿਰ ਕਹਿੰਦੇ ਵੀ ਜਿਹੜੇ ਸੰਗੀ ਸਾਥੀ ਸੀ ਸਭ ਤੱਜ ਗਏ, ਸਭ ਸਾਥ ਛੱਡ ਗਏ। ਬਈ ਐਸੀ ਵਿਵਸਥਾ ਦੇ ਵਿੱਚ ਇੱਕ ਟੇਕ ਸੀ ਜਿਹੜੀ ਉਹ ਰਘੂਨਾਥ ਤੇ ਮਾਲਕ 'ਤੇ ਜੇ ਰੱਖੀ ਤੇ ਮਾਲਕ ਸਾਨੂੰ ਇਕੱਲਿਆਂ ਨਹੀਂ ਛੱਡ। ਸਤਿਗੁਰੂ ਇਸ ਲਈ ਫਰਮਾਉਂਦੇ, ਸੰਗ ਸਖਾ ਸਭ ਤੱਜ ਗਏ, ਕੋ ਨਾ ਨਿਭਿਓ ਸਾਥ। ਉਹ ਨਾਨਕ ਇਹ ਬਿਪਤ ਮੈਂ ਟੇਕ ਏਕ ਰਘੂਨਾਥ। ਸੋ ਇਸ ਵਾਸਤੇ ਗੁਰਮੁਖ ਪਿਆਰਿਓ, ਹੁਣੇ ਆਪਾਂ ਵੱਧ ਤੋਂ ਵੱਧ ਸਿਮਰਨ ਕਰਨਾ, ਗੁਰਬਾਣੀ ਗੁਰੂ ਨੂੰ ਪੜ੍ਹ ਕੇ ਵਿਚਾਰਨਾ, ਖੋਜਣਾ, ਤਾਂ ਕਿ ਸਾਡਾ ਮਨ ਪਾਸੇ ਨਾ ਜਾਵੇ। ਅਤੇ ਵੱਧ ਤੋਂ ਵੱਧ ਆਪਾਂ ਸਤ ਸੰਗਤ ਕਰਨੀ ਹੁੰਦੀ। ਇਹ ਜੋ ਸਾਰਾ ਭੇਦ ਗੁਰਬਾਣੀ ਗੁਰੂ ਦੁਆਰਾ ਪਾਉਣ ਦਿੱਤਾ ਮਹਾਂਪੁਰਖਾਂ ਨੇ, ਭਾਈ ਸਾਹਿਬ ਭਾਈ ਸੇਵਾ ਸਿੰਘ ਜੀ ਧਰਮਾਲਾ, ਉਸੇ ਗਿਆਨ ਨੂੰ ਹੀ ਆਪਾਂ ਜੋ ਸਤਿਗੁਰੂ ਆਪਾਂ ਨੂੰ ਬਖਸ਼ਿਸ਼ ਕਰਦੇ, ਆਪਾਂ ਨੂੰ ਦ੍ਰਿੜ ਕਰਦੇ ਹਾਂ ਬਈ, ਤਾਂ ਕਿ ਆਪਣਾ ਮਨ ਵੀ ਸੱਚ ਦੇ ਨਾਲ, ਨਾਮ ਦੇ ਨਾਲ ਜੁੜ ਜੇ, ਆਪਾਂ ਵੀ ਭਗਤੀ ਕਰੀਏ ਤੇ ਸਦਾ ਵਾਸਤੇ ਜਨਮ ਮਰਨ ਤੋਂ ਸਾਡਾ ਛੁਟਕਾਰਾ ਹੋ ਜੇ ਤੇ ਆਪਾਂ ਸਦਾ ਲਈ ਜੀਵਨ ਮੁਕਤ ਹੋ ਜਾਈਏ। ਸੋ ਇੰਨੀਆਂ ਬੇਨਤੀਆਂ, ਇੰਨੇ ਵਿਚਾਰ ਕਰਦਿਆਂ ਹੋਇਆਂ ਜੇ ਕੋਈ ਐਸਾ ਸ਼ਬਦ ਬੋਲਿਆ ਗਿਆ ਹੋਵੇ ਸੰਗਤ ਅਤੇ ਸਤਿਗੁਰੂ ਬਖਸ਼ਣ ਯੋਗ ਨੇ, ਬਖਸ਼ ਦੇਣਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਵਾਹਿਗੁਰੂ ਵਾਹਿਗੁਰੂ।